ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਵਿੱਚ ਗਲੋਬਲ ਅਵੇਅਰਨੈਸ ਟਰਸਟ ਫੋਰ ਅਵੇਅਰਨੈਸ ਆਫ ਰਾਈਟ ਆਫ ਦਾ ਪੂਅਰ ਜਲੰਧਰ ਵਾਲੇ ਦਫ਼ਤਰ ਦੇ ਵਿੱਚ, ਜਿੱਥੇ ਦੇ ਸੂਬਾ ਪ੍ਰਧਾਨ ਮਦਨ ਸਿੰਘ ਕੋਰੋਟਾਣਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਸਕੋਲਰਸ਼ਿਪ ਜੋ ਬੱਚਿਆਂ ਦੇ ਵਜ਼ੀਫੇ ਬਾਰੇ ਘਪਲਾ ਹੋਇਆ, ਉਸ ਵਿਸ਼ੇ ਤੇ ਉਹਨਾਂ ਦਾ ਕੀ ਕਹਿਣਾ ਹੈ। ਸਰਦਾਰ ਮਦਨ ਸਿੰਘ ਕੋਰੋਟਾਣਾ, ਆਓ ਉਹਨਾਂ ਦੇ ਨਾਲ ਗੱਲਬਾਤ। ਹਾਂਜੀ ਪ੍ਰਧਾਨ ਸਾਹਿਬ, ਤੁਹਾਡਾ ਇੰਡੀਆ ਨਿਊਜ਼ 48 ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਡੇ ਕੋਲ ਬੱਚਿਆਂ ਦੇ ਲਈ ਕੁਝ ਮੁੱਦੇ ਲੈ ਕੇ ਪਹੁੰਚੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਬੱਚਿਆਂ ਲਈ ਹਰ ਵਾਰ ਖੜ੍ਹਦੇ ਹਾਂ ਤੇ ਅੱਜ ਵੀ ਉਹਨਾਂ ਦੇ ਮੁੱਦੇ ਦੀ ਹੀ ਗੱਲ ਕਰੋਗੇ। ਜਿਵੇਂ ਸਰਕਾਰਾਂ ਦੇ ਖਿਲਾਫ ਪਾਰਟੀਆਂ, ਐਂਟੀ ਪਾਰਟੀਆਂ ਜੋ ਇੱਕ ਦੂਜੇ ਤੇ ਆਰੋਪ ਲਗਾਉਂਦੀਆਂ ਹਨ, ਉਹ ਬਾਅਦ ਵਿੱਚ ਸ਼ਾਂਤ ਹੋ ਜਾਂਦੀਆਂ ਹਨ, ਪਰ ਤੁਹਾਡਾ ਟਰਸਟ ਜੋ ਪੂਰੇ ਪੰਜਾਬ ਦੇ ਵਿੱਚ ਬੱਚਿਆਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਤੇ ਉਹਨਾਂ ਲਈ ਹਰ ਵਾਰ ਖੜ੍ਹਦਾ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਕੋਲੋਂ ਅੱਜ ਇੱਕ ਜਾਣਕਾਰੀ ਲਵਾਂਗਾ ਕਿ ਜਿਵੇਂ ਇਹ ਬੱਚੇ ਜੋ ਵਜ਼ੀਫੇ ਕਿੰਨੇ ਕਰੋੜਾਂ ਰੁਪਈਆ ਜਿਹੜਾ ਘਪਲਾਬਾਜ਼ੀ ਹੋਈ ਆ, ਜਿਹਦੇ ਵਿੱਚ ਸਾਧੂ ਸਿੰਘ ਧਰਮਸੋਤ ਦੇ ਬਹੁਤ ਹੀ ਖਿਲਾਫ ਉਹਦੇ ਨਾਅਰੇਬਾਜ਼ੀ ਵੀ ਹੋਈ ਕੱਲ, ਤੇ ਉਹਦੇ ਪੁਤਲੇ ਸਾੜੇ ਗਏ। ਪੰਜਾਬ ਸਰਕਾਰ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ ਆ। ਇਹ ਗਰੀਬਾਂ ਦਾ ਜੋ ਫੰਡ ਕਿਉਂ ਸਰਕਾਰਾਂ ਜਿਹੜੀਆਂ ਆ ਆਮ ਖਾਂਦੀਆਂ ਹਨ ਬੱਚਿਆਂ ਦਾ, ਖਾਸ ਕਰਕੇ ਜਿਹੜੀ ਵਜ਼ੀਫੇ ਦੀ ਜਿਹੜੀ ਸਕੋਲਰਸ਼ਿਪ ਹੁੰਦੀ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਖਾਸ ਕਰਕੇ ਜਿਹੜੀ ਅੱਜ ਇੰਡੀਆ ਨਿਊਜ਼ 48 ਦੀ ਟੀਮ ਆਈ ਹੈ, ਔਰ ਇਹਨਾਂ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਹਾਂ, ਕਿਉਂਕਿ ਇਹ ਜਿਹੜੀਆਂ ਜਾਣਕਾਰੀਆਂ ਆ ਇਹ ਉਸ ਜਿਹੜੇ ਸਮਾਜ ਨੂੰ ਸਕੀਮਾਂ ਮਿਲਦੀਆਂ ਜਾਂ ਨਹੀਂ ਮਿਲਦੀਆਂ ਉਹਨਾਂ ਤੱਕ ਇਹਨਾਂ ਨੇ ਪਹੁੰਚਾਉਣੀ, ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਸਾਧੂ ਸਿੰਘ ਧਰਮਸੋਤ ਦੇ ਬਹੁਤ ਹੀ ਖਿਲਾਫ ਉਹਦੇ ਨਾਅਰੇਬਾਜ਼ੀ ਵੀ ਹੋਈ ਕੱਲ, ਤੇ ਉਹਦੇ ਪੁਤਲੇ ਸਾੜੇ ਗਏ। ਪੰਜਾਬ ਸਰਕਾਰ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ ਆ। ਇਹ ਗਰੀਬਾਂ ਦਾ ਜੋ ਫੰਡ ਕਿਉਂ ਸਰਕਾਰਾਂ ਜਿਹੜੀਆਂ ਆ ਆਮ ਖਾਂਦੀਆਂ ਹਨ ਬੱਚਿਆਂ ਦਾ, ਖਾਸ ਕਰਕੇ ਜਿਹੜੀ ਵਜ਼ੀਫੇ ਦੀ ਜਿਹੜੀ ਸਕੋਲਰਸ਼ਿਪ ਹੁੰਦੀ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੱਥੇ ਇਹ ਚੀਜ਼ ਮਹਿਸੂਸ ਕੀਤੀ ਆ ਕਿ ਜਿਹੜੇ ਸਾਡੇ MP ਸਾਹਿਬਾਨ ਜਾਂ MLA ਸਾਹਿਬਾਨ ਹੈ, ਉਹਨਾਂ ਨੂੰ ਜਦੋਂ ਇੱਕ ਵਾਰੀ ਕੁਰਸੀ ਮਿਲ ਜਾਂਦੀ ਹੈ ਔਰ ਉਹ ਫਿਰ ਉਹਨਾਂ ਨੂੰ ਆਪਣੀ ਕੁਰਸੀ ਦਾ ਹੁੰਦਾ ਫਿਕਰ ਕਿ ਅਸੀਂ ਕੋਈ ਜਾ ਕੇ ਮੁੱਦਾ ਚੱਕਾਂਗੇ। ਹੋ ਸਕਦਾ ਸੀ ਸਾਨੂੰ ਉਹਨਾਂ ਨੇ ਮੰਤਰੀ ਬਣਾਇਆ ਤੇ ਸਾਨੂੰ MLA ਤੇ ਲੈ ਆਉਣ, ਫ੍ਰੀ ਕਰ ਦੇਣਾ। ਇਸ ਕਰਕੇ ਉਹਨਾਂ ਦੀ ਕੋਈ ਇੱਕਜੁੱਟਤਾ ਨਾ ਹੋਣ ਕਰਕੇ ਆਪਣੇ ਇਕੱਲੇ ਜਿਹੜੀ ਆਵਾਜ਼ ਉਠਾਉਂਦੇ ਨੇ, ਇਹ ਇਕੱਠੇ ਹੋ ਕੇ ਨਹੀਂ ਉਠਾਉਂਦੇ। ਉਹਦਾ ਨਤੀਜਾ ਹੈ ਕਿ ਜਿਹੜਾ ਕਲਿਆਣ ਫੰਡ ਹੁੰਦਾ ਹੈ, ਜਿਹੜਾ ਵੈਲਫੇਅਰ ਫੰਡ ਦੇ ਵਿੱਚ ਪੋਸਟ ਮੈਟ੍ਰਿਕ ਸਕੂਲ ਐਸੀਆਂ ਦਾ ਖਾਸ ਕਰਕੇ ਜਿਹੜਾ ਆਉਂਦਾ ਆ, ਉਹਦੇ ਤੇ ਜਿਹੜੀਆਂ ਮੌਜੂਦਾ ਸਰਕਾਰਾਂ ਔਰ ਜਿਹੜੀਆਂ ਪਹਿਲਾਂ ਸਰਕਾਰਾਂ ਸੀ, ਇਹਨਾਂ ਨੇ ਸਾਰਿਆਂ ਨੇ ਉਹਦਾ ਮਿਸਯੂਜ਼ ਕੀਤਾ ਹੈ। ਜਦ ਕਿ ਕਾਨੂੰਨ ਤੇ ਇਹ ਆ ਭਾਰਤ ਸਰਕਾਰ ਦਾ ਕਿ ਜਿਹੜਾ ਕਲਿਆਣ ਫੰਡ ਆ, ਉਹਦੇ ਵਿੱਚੋਂ 1 ਰੁਪਈਆ ਵੀ ਇੱਧਰ ਉੱਧਰ ਦੇ ਕੇ ਵਰਤਣਾ, ਚਾਹੇ ਕਿਸੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਰੁਕ ਜਾਵੇ, ਲੇਕਿਨ ਉਹ ਫੰਡ ਜਿੱਥੇ ਦਾ ਉੱਥੇ ਲੱਗਣਾ ਚਾਹੀਦਾ। ਹੁੰਦਾ ਕੀ ਹੈ ਕਿ ਜਦੋਂ ਜਿਹੜੀ ਪਾਰਟੀ ਪਾਵਰ ਦੇ ਵਿੱਚ ਹੁੰਦੀ ਹੈ ਉਹ ਉਹਦਾ ਮਿਸਯੂਜ਼ ਕਰਦੀ ਹੈ, ਤੇ ਜਿਹੜੀ ਪਾਰਟੀ ਉਸ ਵੇਲੇ ਫ੍ਰੀ ਹੁੰਦੀ ਹੈ, ਆਪੋਜੀਸ਼ਨ ਦੇ ਵਿੱਚ ਹੁੰਦੀ ਹੈ, ਉਹ ਉਸ ਵੇਲੇ ਉਹ ਧਰਨਾ ਲਾਉਂਦੀ ਹੁੰਦੀ ਆ। ਬੇਸ਼ੱਕ ਉਹਨੇ ਆਪਣੇ ਟਾਈਮ ਵੀ ਇਹ ਚੀਜ਼ਾਂ ਦਾ ਮਿਸਯੂਜ਼ ਕੀਤਾ ਹੁੰਦਾ, ਤੇ ਇਸ ਕਰਕੇ ਉਹ ਚੀਜ਼ ਉਹ ਭੁੱਲ ਜਾਂਦੇ ਆ। ਜਿਹੜੀ ਮੌਜੂਦਾ ਸਰਕਾਰ ਉਹਨੂੰ ਦੱਸਦੇ ਆ ਕਿ ਤੂੰ ਆਹ ਕਰ ਰਿਹਾ, ਤੂੰ ਆਹ ਕਰ ਰਿਹਾ, ਤੂੰ, ਜਦ ਕਿ ਜਿਹੜੀ ਮੌਜੂਦਾ ਸਰਕਾਰ ਉਹਨੂੰ ਵੀ ਪਤਾ ਹੁੰਦਾ ਵੀ ਇਹ ਜਿਹੜੀ ਪਹਿਲਾਂ ਪਾਰਟੀ ਆ ਜਿਹੜੀ ਹੁਣ ਆਪੋਜੀਸ਼ਨ ਬੈਠੀ, ਇਹਨੇ ਵੀ ਕੀਤਾ ਹੋਇਆ। ਇਹ ਸਾਰੇ ਰਲ ਮਿਲ ਕੇ ਜਿਹੜਾ ਇਹ ਗਰੀਬਾਂ ਦਾ ਫੰਡ ਆ ਉਹਨੂੰ ਮਿਸਯੂਜ਼ ਕਰਕੇ ਉਹਦੇ ਤੇ ਇਨਕੁਆਇਰੀ ਦੇ ਨਾਂ ਤੇ ਸਮਾਂ ਖਰਾਬ ਕਰ ਦਿੰਦੇ ਆ। ਉਹ ਟਾਈਮ ਨਿਕਲ ਜਾਂਦਾ ਜਦੋਂ ਗਰੀਬਾਂ ਨੂੰ ਮੌਕੇ 'ਤੇ ਪੈਸੇ ਚਾਹੀਦੇ ਹੁੰਦੇ ਆ, ਐਡਮਿਸ਼ਨਾਂ ਕਰਾਉਣ ਵਾਸਤੇ ਜਾਂ ਲੋੜਵੰਦ ਤਰ੍ਹਾਂ ਆਪਣੀਆਂ ਕੋਈ ਵਰਦੀਆਂ ਜਾਂ ਕਿਤਾਬਾਂ ਜਾਂ ਜੋ ਵੀ ਉਹਨਾਂ ਨੂੰ ਪੈਸੇ ਚਾਹੀਦੇ ਆ, ਉਹ ਟਾਈਮ ਸਿਰ ਨਹੀਂ ਮਿਲਦੇ। ਉਹ ਜਿਹੜਾ ਫੰਡ ਹੁੰਦਾ ਨਾ, ਉਹਨੂੰ ਗੁੰਮਰਾਹ ਕਰ ਦਿੰਦੇ। ਜਦੋਂ ਟਾਈਮ ਖਰਾਬ ਹੋ ਜਾਂਦਾ ਆ, ਉਹਨੂੰ ਕੋਰਟ ਕੇਸ 'ਚ ਲੈ ਜਾਂਦੇ ਆ, ਉਹਨੂੰ ਇਨਕੁਆਇਰੀ 'ਚ ਲੈ ਜਾਂਦੇ ਆ। ਇਸ ਕਰਕੇ ਉਹ ਜਿਹੜਾ ਗਰੀਬਾਂ ਤੱਕ ਪਹੁੰਚਦਾ ਨਹੀਂ ਹੈ। ਕਿਉਂਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ ਫੰਡ ਬਹੁਤ ਆਇਆ ਸੀ, ਮਨਮੋਹਨ ਸਿੰਘ ਸਰਕਾਰ ਨੇ ਬਹੁਤ ਫੰਡ ਭੇਜਿਆ ਸੀਗਾ, ਤੇ ਉਸ ਵੇਲੇ ਵੀ ਇਹ ਸੁਣ ਕੇ ਆ ਰਿਹਾ ਸੀਗਾ ਕਿ 94 ਕਰੋੜ ਰੁਪਇਆ ਜਿਹੜਾ ਸੀਗਾ ਮੌਜੂਦਾ ਕਬੱਡੀ ਤੇ ਲਾਤਾ ਗਿਆ ਸੀਗਾ, ਔਰ 294 ਕਰੋੜ ਰੁਪਇਆ ਜਿਹੜਾ ਸੰਘ ਦਰਸ਼ਨ 'ਚੋਂ ਵੱਢ ਦਿੱਤਾ ਗਿਆ ਸੀਗਾ। ਇਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਆਈ, ਇਹਨਾਂ ਨੇ ਆਉਂਦਿਆਂ ਨੇ ਇਨਕੁਆਇਰੀ ਦੇ ਨਾਂ ਤੇ ਉਹ ਬੰਦੇ ਲੱਭੇ ਕਿ ਕਿਹਨਾਂ ਨੇ ਘੁਟਾਲਾ ਕੀਤਾ ਆ, ਔਰ ਹੁਣ ਇਹ ਸਾਹਮਣੇ ਆ ਰਹੀਆਂ ਖਬਰਾਂ ਕਿ ਜਿਹਨਾਂ ਬੰਦੇ ਨੇ ਘੁਟਾਲਾ ਕੀਤਾ ਸੀ ਉਹਨਾਂ ਨੂੰ ਪੈਸੇ ਦੇ ਦਿੱਤੇ। ਜਿਹੜੇ ਬੰਦੇ ਸਕੀਮ ਚਲਾ ਰਹੇ ਸੀ, ਕਾਲਜਾਂ ਵਾਲੇ ਸਹੀ ਚਲਾ ਰਹੇ ਸੀਗੇ, ਉਹਨਾਂ ਨੂੰ ਤੇ ਇੱਕ ਪੈਸਾ ਨਹੀਂ ਇਹਨਾਂ ਨੇ ਟ੍ਰਾਂਸਫਰ ਕੀਤਾ। ਔਰ ਜਿਹੜੇ ਬੰਦਿਆਂ ਨੇ ਮਿਸਯੂਜ਼ ਕੀਤਾ ਸੀ, ਜਿਨ੍ਹਾਂ ਨੇ ਗਲਤ ਕੰਮ ਕੀਤਾ ਸੀ, ਜਿਨ੍ਹਾਂ ਨੇ ਫੜਿਆ ਸੀ, ਉਹਨਾਂ ਨੂੰ ਉਹਨਾਂ ਨੇ ਮੁੜ ਕੇ ਫਿਰ ਕਹਿੰਦੇ ਕਿ ਪੈਸੇ ਜਿਹੜੇ ਆ ਉਹ ਟ੍ਰਾਂਸਫਰ ਕਰ ਦਿੱਤੇ ਆ। ਇਸ ਕਰਕੇ ਜਿਹੜਾ ਐਸੀਆਂ ਦਾ ਫੰਡ ਸੀਗਾ ਪੂਰੇ ਪੰਜਾਬ ਵਿੱਚ, ਉਹਦੀ ਬਹੁਤ ਜ਼ਿਆਦਾ ਗਿਣਤੀ ਆ, ਬਹੁਤ ਜ਼ਿਆਦਾ 3.5 ਲੱਖ ਦੇ ਲਗਭਗ ਸਟੂਡੈਂਟ SCBC। ਜਦੋਂ ਕਾਲਜਾਂ ਨੂੰ ਪੈਸੇ ਨਹੀਂ ਪਹੁੰਚਦੇ, 1 ਸਾਲ ਨਹੀਂ ਪਹੁੰਚਿਆ, ਦੂਜਾ ਸਾਲ ਨਹੀਂ ਪਹੁੰਚਿਆ, ਤੀਜਾ
ਮਿਨਿਸਟਰਾਂ ਦੇ ਡਾਇਲੌਗ ਹੁੰਦੇ ਆ ਕਿ ਕਾਲਜ ਨੇ ਕਿਸੇ ਬੱਚੇ ਨੂੰ ਤੰਗ ਕੀਤਾ ਉਹਦੀ ਐਫੀਲੀਏਸ਼ਨ ਕੈਂਸਲ ਕਰ ਦਿਆਂਗੇ। ਤੁਸੀਂ ਐਫੀਲੀਏਸ਼ਨ ਜਦੋਂ ਉਹਨਾਂ ਨੂੰ ਕੈਂਸਲ ਕਰੋ, ਕਿੰਨੇ ਬੱਚੇ ਉੱਥੇ ਪੜ੍ਹਦੇ, ਉਹਨਾਂ ਦਾ ਭਵਿੱਖ ਖਰਾਬ ਹੋਊਗਾ, ਬੱਚੇ ਕਿੱਥੇ ਜਾਣਗੇ। ਜਿਹੜੇ ਸਰਕਾਰੀ ਕਾਲਜ ਦੇ ਵਿੱਚ ਟੀਚਰ ਹੀ ਹੈ ਨਹੀਂ, ਜੇ ਟੀਚਰ ਕੋ ਹੋਣਗੇ ਉਹਦੇ ਵਿੱਚ ਕੋਰਸ ਹੈ ਨਹੀਂ। ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਉਹ ਪ੍ਰਾਈਵੇਟ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਫੀਸਾਂ ਵੀ ਕਾਫੀ ਰੱਖੀਆਂ ਹੋਈਆਂ, ਉਹਨਾਂ ਨੇ ਚਲੋ ਉਹਨਾਂ ਨੇ ਉਹਦੀ ਜਿਹੜੀ ਮੈਨੇਜਮੈਂਟ ਆ ਉਹਦੇ ਤੇ ਉਹਨਾਂ ਨੇ ਜਿਹੜੇ ਅਧਿਆਪਕ ਉਹ ਵੀ ਰੱਖੇ ਹੋਏ ਆ, ਉਹਨਾਂ ਨੇ ਪੂਰਾ ਪ੍ਰਬੰਧ ਕਰਨਾ ਹੁੰਦਾ, ਉਹਨਾਂ ਨੇ ਸਾਫ ਸਫਾਈ ਦਾ, ਉਹਨੂੰ ਚਲਾਉਣ ਦਾ ਸਾਰੇ ਖਰਚੇ ਉਹਨਾਂ ਨੇ ਵਿੱਚੋਂ ਕੱਢਣੇ ਹੁੰਦੇ। ਜਦੋਂ ਉਹ ਬਹੁਤ ਗਿਣਤੀ ਜਿਹੜੀ ਹੁੰਦੀ ਆ, ਜਿੱਦਾਂ ਹੁਣ ਹਰ ਕਾਲਜ ਦੇ ਵਿੱਚ 1000 ਤੋਂ 1200 ਬੱਚਾ SCBC ਹੈ, ਠੀਕ ਹੈ ਜੀ। ਤੇ ਉਹ ਜਦੋਂ ਬੱਚੇ ਦੀ ਫੀਸ ਨਹੀਂ ਆਉਣੀ, ਜਿਹੜੇ ਕੋਈ ਏਡਡ ਕਾਲਜ ਦੇ 95% ਏਡ ਦੇ ਪੈਸੇ ਵੀ ਸਰਕਾਰ ਤੋਂ ਨਹੀਂ ਆਉਣੇ, ਤੇ ਜਿਹੜਾ ਕਲਿਆਣ ਫੰਡ ਬਾਰ-ਬਾਰ ਜਿਹੜੀਆਂ ਆਪੋਜੀਸ਼ਨ ਵਿੱਚ ਆ ਜਾਂ ਜਿਹੜੀਆਂ ਮੌਜੂਦਾ ਸਰਕਾਰਾਂ ਉਹ ਇਹਨੂੰ ਮਿਸਗਾਈਡ ਕਰਕੇ ਬਹੁਤ ਵੱਡਾ SCBC ਸਮਾਜ ਨਾਲ ਧੋਖਾ ਕਰ ਰਹੀਆਂ ਕਿ ਉਹਨਾਂ ਨੂੰ ਪੈਸੇ ਨਾ ਮਿਲ ਸਕਣ। ਤੇ ਉਹ ਜੇ ਬੱਚੇ ਪੜ੍ਹ ਕੇ ਵੀ ਚੱਲ ਗਏ ਆ ਤਾਂ ਉਹਨਾਂ ਦੇ ਪੈਸੇ ਨੇ ਕਾਲਜ ਨੂੰ ਦਿੱਤੇ ਜਾਣ ਤਾਂ ਕਿ ਕਾਲਜ ਉਹਨਾਂ ਨੂੰ ਲਾਭ ਨਾ ਦੇਵੇ, ਉਹਨਾਂ ਨੂੰ ਐਡਮਿਸ਼ਨ ਦੇਵੇ, ਉਹ ਬੱਚੇ ਪੜ੍ਹਨ ਨਾਲ, ਔਰ ਬੱਚੇ ਫਿਰ ਉਸੇ ਜਗ੍ਹਾ ਤੇ ਆ ਜਾਣਾ ਦਿਹਾੜੀਦਾਰੀ, ਜਿੱਦਾਂ ਕਿ ਪਹਿਲਾਂ ਉਹਨਾਂ ਦੇ ਮਾਂ-ਪਿਓ ਦਿਹਾੜੀਦਾਰ ਹੁੰਦੇ ਸੀਗੇ। ਤੇ ਜੇ ਹੁਣ ਕੁਝ ਬੱਚੇ ਪੜ੍ਹਨ ਲੱਗੇ ਆ ਤੇ ਸਰਕਾਰ ਨੂੰ ਇਮਾਨਦਾਰੀ ਨਾਲ ਜਿਹੜੇ ਉਹਨਾਂ ਦੇ ਸਕਾਲਰਸ਼ਿਪ ਦੇ ਪੈਸੇ ਆ ਜਾਂ ਤਾਂ ਬੱਚਿਆਂ ਦੇ ਖਾਤੇ ਪਾਉਣੇ ਚਾਹੀਦੇ ਆ ਜਾਂ ਉਹਨੂੰ ਕਾਲਜ ਨੂੰ ਦੇਣੇ ਚਾਹੀਦੇ ਆ, ਤਾਂ ਕਿ ਕਾਲਜ ਵੀ ਖੁਸ਼ ਹੋ ਕੇ ਬੱਚਿਆਂ ਦੀ ਗਿਣਤੀ ਵਧਾਵੇ, ਉਹਨਾਂ ਨੂੰ ਬੁਲਾਵੇ। ਜਿੱਦਾਂ ਕਿ ਉਹ ਪਹਿਲਾਂ ਘਰ ਜਾ ਕੇ ਕਹਿੰਦੇ ਹੁੰਦੇ ਸੀਗੇ ਐਡਮਿਸ਼ਨ ਕਰਾਓ, ਆਹ ਕੋਰਸ ਚੱਲਦਾ ਆ, ਆਹ ਕੋਰਸ ਚੱਲਦਾ, ਸਾਡੇ ਕੋਲ ਚੱਲਦਾ, ਸਾਡੇ ਦਾ ਹੁਣ ਤਾਂ ਕੋਈ ਕਾਲਜ ਕਹਿੰਦਾ ਹੀ ਨਾ, ਕੋਈ ਕਰਦਾ ਹੀ ਹੈ। ਉਹ ਤਾਂ ਹੁਣ ਕਹਿੰਦੇ ਕਿ ਪੈਸੇ ਲੈ ਆਓ ਤੇ ਐਡਮਿਸ਼ਨ ਲੈ ਲਓ। ਨਹੀਂ ਤਾਂ ਕਿ ਸਰਕਾਰਾਂ ਨੇ ਸਾਨੂੰ ਅੱਜ ਤੱਕ ਇੰਨਾ ਪੈਸਾ ਦਿੱਤਾ, ਹਰ ਕਾਲਜ ਦਾ ਆਪਣਾ ਗੁਣਾ ਹੁੰਦਾ ਕਿ ਮੇਰਾ ਇੰਨਾ ਕਰੋੜ ਹੈ, ਮੇਰਾ ਇੰਨਾ ਕਰੋੜ ਹੈ। ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਜੇ ਤੁਸੀਂ ਵਾਕਿਆ ਹੀ ਦਿਲੋਂ ਚਾਹੁੰਦੇ ਆ, ਜੇ ਤੁਹਾਨੂੰ ਲਾਲਚ ਨਹੀਂ ਹੈ ਕਿਸੇ ਚੀਜ਼ ਦਾ, ਕਿਉਂਕਿ ਖਾਣੇ ਦਾ ਪੈਸੇ ਨਹੀਂ, ਖਾਣੇ ਦਾ ਰੋਟੀ ਹੈ, ਤੇ ਫਿਰ ਤੁਸੀਂ ਗਰੀਬਾਂ ਲਈ ਹਮਦਰਦ ਬਣੋ। ਜਿਹੜੀਆਂ ਉਹਨਾਂ ਦੀਆਂ ਸਕੀਮਾਂ ਉਹਨਾਂ ਨੂੰ ਤੁਸੀਂ ਭੀਖ ਨਹੀਂ ਦੇਣੀ, ਉਹਨਾਂ ਦਾ ਹੱਕ ਦੇਣਾ, ਉਹਨਾਂ ਨੂੰ ਤੁਸੀਂ ਭਾਰਤ ਦਾ ਅੱਛਾ ਨਾਗਰਿਕ ਬਣਾਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਹੈ। ਮੈਂ ਇਸ ਕਰਕੇ ਕਹਾਂਗਾ ਜਿਹੜੀਆਂ ਰੂਲਿੰਗ ਪਾਰਟੀਆਂ ਔਰ ਜਿਹੜੀਆਂ ਇਸ ਵੇਲੇ ਆਪੋਜੀਸ਼ਨ 'ਚ ਪਾਰਟੀਆਂ ਹੈਗੀਆਂ, ਇਹ ਜਿਹੜੀਆਂ ਰਾਜਨੀਤੀਆਂ ਕਰਨੀਆਂ ਛੱਡ ਕੇ ਇਹਨੂੰ ਸਹੀ ਮਾਇਨੇ ਵਿੱਚ ਕਾਰਵਾਈ ਕਰਕੇ ਜਿੱਥੋਂ ਪੈਸਾ ਇਹ ਚੱਲਦਾ ਉੱਥੋਂ ਇਹ ਪੈਸਾ ਬੱਚਿਆਂ ਦੇ ਖਾਤੇ ਜਾਵੇ ਜਾਂ ਕਾਲਜਾਂ ਨੂੰ ਮਿਲੇ, ਤਾਂ ਕਿ ਜਿਹੜੇ SCBC ਸਮਾਜ ਦੇ ਬੱਚੇ ਆ, ਜਿਹੜੇ ਗਰੀਬ ਪਰਿਵਾਰ ਆ, ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਔਰ ਉਹ ਆਪਣੇ ਭਾਰਤ ਵਿੱਚ ਪੜ੍ਹ ਕੇ ਕੁਝ ਅੱਛੇ ਅਹੁਦੇ ਤੇ ਜਾ ਕੇ ਯੋਗਦਾਨ ਪਾ ਕੇ ਭਾਰਤ ਨੂੰ ਉਨਕੀ ਤਰੱਕੀ ਕਰੀ ਜਾਣ। ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਕਾਲਜ ਜਦੋਂ ਕਹਿੰਦੇ ਕਿ ਸਾਨੂੰ ਪੈਸਾ ਆਇਆ ਹੀ ਨਹੀਂ ਸਕਾਲਰਸ਼ਿਪ ਦਾ, ਉਹ ਜਦੋਂ ਵੀ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਉਹ ਆਪਣੀ ਜਗ੍ਹਾ ਸਹੀ ਹੁੰਦੇ ਆ ਕਿ ਕਈ ਵਾਰ ਉਹਨਾਂ ਨੂੰ ਪੈਸਾ ਆਉਣਾ ਹੁੰਦਾ, ਉਹਨਾਂ ਨੂੰ ਆਸ ਹੁੰਦੀ ਆ ਤਾਂ ਵੀ ਬੱਚਿਆਂ ਨੂੰ ਪਰੇਸ਼ਾਨ ਕਰਦੇ ਆ। ਤੁਸੀਂ ਦੇਖੋ ਨਾ, ਹੁਣ ਕਾਲਜ ਜਿਹੜੇ ਇਮਾਨਦਾਰੀ ਨਾਲ ਕੰਮ ਕਰ ਰਹੇ ਆ, ਜਿਨ੍ਹਾਂ ਨੇ ਸਹੀ ਉਹਦੀਆਂ ਸਕਾਲਰਸ਼ਿਪ ਅਪਲਾਈ ਕੀਤੀਆਂ, ਉਹਨਾਂ ਤੋਂ ਕੋਈ ਪੈਸਾ ਨਹੀਂ ਆਇਆ, ਔਰ ਜਿਨ੍ਹਾਂ ਨੇ ਖਰਾਬ ਕੀਤਾ, ਜਿਨ੍ਹਾਂ ਨੇ ਇੱਕ ਕਾਲਜ ਦੇ ਵਿੱਚ 4 ਬੱਚਿਆਂ ਦੇ ਨਾਮ ਪਾ ਕੇ ਅਪਲਾਈ ਕਰਤਾ, ਉਹਨਾਂ ਨੂੰ ਸਰਕਾਰ ਨੇ ਫੜਿਆ। ਹੁਣ ਪਤਾ ਲੱਗਦਾ ਪਿਆ ਕਿ ਉਹਨਾਂ ਨੂੰ ਜਿਨ੍ਹਾਂ ਨੇ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਇਆ, 2-2 3-3 ਸਾਲ ਦੇ ਪੈਸੇ ਉਹਨਾਂ ਦੇ ਜਿਹੜੇ ਵੀ ਬਕਾਇਆ ਰਹਿੰਦੇ ਆ ਉਹ ਨਹੀਂ ਮਿਲੇ, ਔਰ ਜਿਨ੍ਹਾਂ ਨੇ ਗੜਬੜੀ ਕੀਤੀ ਸੀ ਉਹਨਾਂ ਨੂੰ ਪੈਸੇ ਮਿਲੇ। ਤੇ ਹੁਣ ਤੁਸੀਂ ਦੇਖੋ ਕਾਲਜ ਕੀ ਸੋਚੂਗਾ, ਕਾਲਜ ਸਰਕਾਰ ਦੇ ਪ੍ਰਤੀ ਕੀ ਸੋਚੂਗਾ ਕਿ ਜੇ ਕਾਲਜ ਸਰਕਾਰਾਂ ਦਾ ਡਾਇਲੋਗ ਹੀ ਬੋਲੀ ਜਾਂਦੀਆਂ, ਅਸੀਂ 1 ਸਾਲ ਬੱਚੇ ਨੂੰ ਪੜ੍ਹਾਵਾਂਗੇ, 2 ਸਾਲ ਪੜ੍ਹਾਵਾਂਗੇ, 3 ਸਾਲ ਪੜ੍ਹਾਵਾਂਗੇ, ਅਕਸਰ ਤੇ 1000-1200 ਦੀ ਗਿਣਤੀ ਹਰ ਸਾਲ ਹੋਏਗੀ ਤੇ ਅਮਾਊਂਟ ਤੇ ਬਣਦੀ ਹੈ, ਹਰ ਚੀਜ਼ ਇੰਨੀ ਮਹਿੰਗਾਈ ਆ, ਹਰ ਚੀਜ਼ ਚਲਾਉਣਾ ਬਹੁਤ ਔਖਾ ਹੈ। ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਜਿਹਦਾ ਫੰਡ ਜਿੱਥੇ ਆਉਂਦਾ ਇਮਾਨਦਾਰੀ ਨਾਲ ਉੱਥੇ ਲਾਉਣ, ਇਹ ਨਹੀਂ ਕਿ ਵਾਅਦੇ ਤੁਸੀਂ ਕੁਛ ਕਰੋ ਔਰ ਬਾਅਦ 'ਚ ਤੁਸੀਂ ਸਾਰੇ ਬੰਦੇ ਝੂਠ ਬੋਲੋ, ਠੀਕ ਹੈ ਜੀ। ਇਸ ਕਰਕੇ ਇਹ ਜਿਹੜੇ ਸਾਡੇ MP MLA ਆ ਉਹਨਾਂ ਨੂੰ ਵੀ ਚਾਹੀਦਾ ਕਿ ਕੁਰਸੀਆਂ ਦਾ ਧਿਆਨ ਨਾ ਜ਼ਿਆਦਾ ਦਿਓ। ਜਦੋਂ ਤੁਸੀਂ ਆਪਣੇ ਸਮਾਜ ਦਾ ਸੋਚਣਾ ਹੈ ਨਾ ਤੇ ਸਾਰੇ ਬੰਦੇ ਅਸਤੀਫੇ ਰੱਖ ਦਿਓ ਕਿ ਅਸੀਂ ਆਪਣੇ ਸਮਾਜ ਕਰਕੇ ਜਿੱਤੇ ਆ, ਅਸੀਂ SC ਰਿਜ਼ਰਵੇਸ਼ਨ ਲੈ ਕੇ ਜਿੱਤੇ ਆ, ਅਸੀਂ ਉਹਨਾਂ ਦੇ ਹੱਕਾਂ ਦਾ ਅਗਰ ਰਾਖੀ ਨਹੀਂ ਕਰ ਸਕਦੇ, ਸਾਨੂੰ MLA MP ਦੇ ਸੀਟ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਹ ਉਹਨਾਂ ਨੂੰ ਇਸ ਚੀਜ਼ ਤੇ ਵਿਚਾਰ ਕਰਨਾ ਚਾਹੀਦਾ, ਕਿਉਂਕਿ ਇੱਥੇ ਨਾ ਕੋਈ ਰਿਹਾ ਨਾ ਕਿਸੇ ਨੇ ਰਹਿਣਾ। ਜੇ ਤੁਸੀਂ ਵਾਕਈ ਸਮਾਜ ਦੇ ਪ੍ਰਤੀਨਿਧੀ ਹੋ, ਸਮਾਜ ਦੇ ਕੈਂਡੀਡੇਟ SC ਕੋਟੇ ਤੋਂ ਲੜੇ ਹੋ, ਤਾਂ ਫਿਰ ਤੁਹਾਨੂੰ ਇਹ ਚੀਜ਼ ਕਰਨੀ ਚਾਹੀਦੀ ਆ, ਤਾਂ ਸਰਕਾਰ ਤੇ ਤੁਹਾਡਾ ਦਬਦਬਾ ਬਣਨਾ, ਤਾਂ ਤੁਹਾਡੇ ਸਮਾਜ ਨੂੰ ਜਿਹੜਾ ਉਹ ਹੱਕ ਮਿਲਣਾ ਔਰ ਬੱਚਿਆਂ ਦੇ ਜਿਹੜੇ ਜੋ ਵੀ ਸਕੀਮਾਂ ਹੁੰਦੀਆਂ ਉਹ ਪੂਰੀਆਂ ਹੋਣੀਆਂ। ਅਕਾਲੀ ਸਰਕਾਰ ਆਉਂਦੀ ਹੈ, ਉਹ ਕਾਂਗਰਸ ਦੇ ਟਾਈਮ ਤੇ ਆਟਾ ਦਾਲ ਦੀ ਸਕੀਮ ਦੇ ਕਾਰਡ ਕੱਟ ਦਿੰਦੀ ਹੈ। ਜਦੋਂ ਅਕਾਲੀ ਸਰਕਾਰ ਆਉਂਦੀ ਉਹ ਕਾਂਗਰਸ ਦੇ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਕੱਟ ਦਿੰਦੀ ਹੈ। ਇਹ ਕੀ ਹੈ? ਇਹ ਕੋਈ ਵਿਕਾਸ ਥੋੜੀ ਆ, ਇਹ ਕੋਈ ਸਮਾਜ ਦਾ ਵਿਕਾਸ ਨਹੀਂ ਹੈ, ਇਹ ਕੋਈ ਸੂਬੇ ਦਾ ਵਿਕਾਸ ਨਹੀਂ ਆ। ਇਹ ਤਾਂ ਇੱਕ ਦੂਜੇ ਦੀ ਲਾਗਤਬਾਜ਼ੀ ਆ ਜਾਂ ਆਪਣੀ ਬਾਰੀ ਆ ਕਿ ਹੁਣ ਤੂੰ ਆ ਗਿਆ, ਮੈਂ ਆ ਜਾਣਾ, ਮੈਂ ਕਰੀ ਜਾਊਂਗਾ, ਤੂੰ ਕਰੀ ਜਾਈਂ, ਬਸ ਲੋਕਾਂ ਨੂੰ ਬੇਵਕੂਫ ਬਣਾਈ ਜਾਓ, ਧਰਨੇ ਲਵਾਈ ਜਾਓ, ਪ੍ਰਦਰਸ਼ਨ ਕਰਾਈ ਜਾਓ, ਕੋਈ ਚੀਜ਼ ਦਾ ਕਿਸੇ ਤੇ ਕੋਈ ਅਸਰ ਨਹੀਂ ਹੈ। ਇਸ ਕਰਕੇ ਮੈਂ ਆਪਣੇ MP MLA ਨੂੰ ਜਿੰਨੇ ਵੀ ਸੂਬੇ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਹੈ ਉਹ ਸਾਰੇ ਬਹੁਤ ਗਿਣਤੀ ਹੈ,
ਉਹ ਅਗਰ ਵਾਕਿਆ ਹੀ ਆਪਣੇ ਸਮਾਜ ਪ੍ਰਤੀ ਆਪਣੇ ਸਮਾਜ ਦੇ ਹੱਕ ਨੂੰ ਲੈ ਕੇ ਜਾਣਾ ਚਾਹੁੰਦੇ ਆ ਤਾਂ ਉਹ ਪ੍ਰਧਾਨ ਮੰਤਰੀ ਅੱਗੇ ਮੁੱਖ ਮੰਤਰੀਆਂ ਅੱਗੇ ਆਪਣੇ ਅਸਤੀਫੇ ਰੱਖਣ ਤੇ ਸਾਡੇ ਸਮਾਜ ਨੂੰ ਇਹ ਜਿਹੜਾ ਲਾਭ ਆ ਉਹ ਪੂਰਾ ਜਿੱਥੇ ਆਉਂਦਾ ਉੱਥੇ ਦਿਓ, ਤਾਂ ਇਹਦਾ ਕਲਿਆਣ ਹੋ ਸਕਦਾ, ਤਾਂ ਇਹ ਜਿਹੜਾ ਭਾਰਤ ਦੇਸ਼ ਆ ਉਹਦੇ ਜਿਹੜੇ ਸੂਬੇ ਆ ਉਹ ਬਰਾਬਰ ਜਾ ਕੇ ਆਪਣਾ ਪੜ੍ਹ ਲਿਖ ਕੇ ਇਸ ਦੇਸ਼ ਲਈ ਤਰੱਕੀ ਦੇ ਵਿੱਚ ਯੋਗਦਾਨ ਪਾ ਸਕਦੇ। ਇੱਥੇ ਇੱਕ ਗੱਲ ਹੋਰ ਦੇਖਣ ਵਾਲੀ ਆ ਜਨਾਬ, ਜਿੱਦਾਂ ਜਿਹੜੇ ਐਮਐਲਏ ਮੌਕੇ ਦੇ ਹੁੰਦੇ ਆ, ਜਦੋਂ ਉਹਨਾਂ ਦੀ ਸਰਕਾਰ ਹੁੰਦੀ ਆ, ਜਦੋਂ ਬੱਚੇ ਉਹਨਾਂ ਦੇ ਕੋਲੋਂ ਕੋਈ ਆਪਣਾ ਦੁੱਖ ਲੈ ਕੇ ਜਾਂਦੇ ਆ ਕਿ ਸਾਨੂੰ ਫਲਾਣੇ ਕਾਲਜ ਵਾਲਾ ਜਿਹੜਾ ਆ ਉਹ ਸਕੋਲਰਸ਼ਿਪ ਦੇਣ ਲਈ ਮਤਲਬ ਕਿੰਤੂ ਪ੍ਰੰਤੂ ਕਰ ਰਿਹਾ, ਸਾਡੇ ਵਜ਼ੀਫੇ ਜਿਹੜੇ ਉਹ ਮਤਲਬ ਮਿਲ ਨਹੀਂ ਰਹੇ, ਦਾਖਲੇ ਵਗੈਰਾ ਸਾਡੇ ਭੇਜ ਨਹੀਂ ਰਹੇ, ਉਸ ਟਾਈਮ ਤੇ ਉਹ ਬੱਚਿਆਂ ਦੀ ਗੱਲ ਸੁਣਦੇ ਨਹੀਂ। ਅੱਜ ਜਦੋਂ ਉਹਨਾਂ ਦੇ ਆਪੋਜੀਸ਼ਨ ਸਰਕਾਰਾਂ ਦੇ ਜਿਹੜੇ ਐਮਐਲਏ ਖੜੇ, ਉਹਨਾਂ ਦੇ ਪ੍ਰਤੀ ਇਹ ਧਰਨਾ ਪ੍ਰਦਰਸ਼ਨ ਕਰਕੇ ਬੱਚਿਆਂ ਦੇ ਨਾਲ ਆਪਣੇ ਨੰਬਰ ਬਣਾਉਣਾ ਚਾਹੁੰਦੇ ਆ, ਇਹਦੇ ਵਾਸਤੇ ਤੁਸੀਂ ਕੀ ਕਹੋਗੇ? ਮੈਂ ਉਹੀ ਤੇ ਕਿਹਾ, ਦੁਬਾਰਾ ਫੇਰ ਕਹਿਣਾ ਕਿ ਜਿਹੜੇ ਵੀ ਸਮਾਜ ਦੇ ਰਿਜ਼ਰਵੇਸ਼ਨ ਦੇ ਸੀਟ ਦੇ ਉੱਤੇ ਆ ਕੇ ਇਲੈਕਸ਼ਨ ਲੜਦੇ ਆ, ਸਮਾਜ ਨੂੰ ਵੋਟਿੰਗ ਕਰਦਾ ਆ, ਉਹ ਸਮਾਜ ਨੂੰ ਕਹਿੰਦੇ ਆ ਕਿ ਅਸੀਂ ਤੁਹਾਡੇ ਬੰਦੇ ਆ, ਜਾਂ ਕੋਈ ਵੀ ਕਿਤੇ ਰੂਪ ਪ੍ਰਤੀਰੋਧ ਲੱਗਦਾ ਤਾਂ ਉਸ ਲਈ ਕਹਿੰਦੇ ਕਿ ਮੈਂ ਐਸੀ ਸਮਾਜ ਤੋਂ ਆ, ਮੈਂ ਗਲਤ ਸਮਾਜ ਤੋਂ ਆ, ਮੈਨੂੰ ਤਾਂ ਧੱਕਾ ਹੋ ਰਿਹਾ। ਲੇਕਿਨ ਜਦੋਂ ਉਹਨਾਂ ਨੂੰ ਲੱਗਦਾ ਕਿ ਜੋ ਸਮਾਜ ਦੀਆਂ ਸਕੀਮਾਂ ਜਦੋਂ ਆਉਣੀਆਂ, ਜਦੋਂ ਵੀ ਕੋਈ ਉਹਨਾਂ ਨੂੰ ਦਬਾਉਣਾ ਹੁੰਦਾ ਆ, ਉਸ ਵੇਲੇ ਉਹ ਉਹਨੇ ਤੇ ਪੂਰਾ ਪਹਿਰਾ ਨਹੀਂ ਦਿੰਦੇ। ਜਦੋਂ ਉਹ ਫ੍ਰੀ ਹੋ ਜਾਂਦੇ ਆ, ਜਦੋਂ ਆਪੋਜੀਸ਼ਨ 'ਚ ਆ ਜਾਂਦੇ ਆ, ਉਸ ਵੇਲੇ ਵਿਹਲੇ ਹੁੰਦੇ ਆ, ਉਸ ਵੇਲੇ ਮੈਂ ਸਮਝਦਾ, ਮੇਰਾ ਇਹ ਵਿਚਾਰ ਆ ਕਿ ਉਹ ਆਪਣੀਆਂ ਸੁਰਖੀਆਂ 'ਚ ਆਉਣ ਵਾਸਤੇ ਇਹਨਾਂ ਚੀਜ਼ਾਂ ਨੂੰ ਕਰਦੇ ਆ। ਜੇ ਉਹ ਆਪਣੇ ਸਰਕਾਰ ਦੇ ਉੱਪਰ ਧਿਆਨ ਮਾਰਨ ਕਿ ਸਾਡੀ ਸਰਕਾਰ ਨੇ ਕੀ ਕੀਤਾ ਸੀਗਾ, ਤੇ ਉਹਨਾਂ ਨੂੰ ਇਹ ਕੰਮ ਕਰਨ ਦੀ ਫਿਰ ਲੋੜ ਨਹੀਂ ਆ, ਕਿਉਂਕਿ ਭਾਰਤ ਦਾ ਸੰਵਿਧਾਨ ਆ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇੱਦਾਂ ਧਰਨੇ ਪ੍ਰਦਰਸ਼ਨਾਂ ਤੇ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਜ਼ਰੂਰਤ ਹੈ। ਜੋ ਇਹ ਕਰਦੇ ਆ ਉਹ ਟਾਈਮ ਪਾਸ ਕਰ ਰਹੇ ਆ, ਉਹ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਉਹ ਵੀ ਕਹਿੰਦੀਆਂ ਕਰੀ ਜਾਣ, ਜੋ ਕਰਦੇ ਆ ਉਹ ਆਪਣੇ ਆਰਾਮ ਨਾਲ, ਉਹਨਾਂ 'ਤੇ ਕੋਈ ਅਸਰ ਨਹੀਂ ਹੈ, ਕਿਉਂਕਿ ਉਹਨਾਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਹਨਾਂ 'ਤੇ ਕੋਈ ਫੈਸਲਾ ਨਹੀਂ ਬਣਦਾ, ਉਹ ਕੋਈ ਜਵਾਬਦੇਹੀ ਨਹੀਂ ਹੈਗੇ। ਉਹ ਕਹਿੰਦੇ ਇਹ ਕਰ ਗਏ, ਅਸੀਂ ਵੀ ਕਰ ਜਾਣਾ, ਲੋਕਾਂ ਨੂੰ ਹੀ ਇੱਦਾਂ ਬੇਵਕੂਫ ਬਣਾਈ ਜਾਣਾ, ਇਹ ਵਿਹਲੇ ਆ ਕੇ ਸਾਡੇ ਨਾਲ ਬੈਠੇ ਰਹਿਣਗੇ ਤੇ ਅਸੀਂ ਆਪਣਾ ਨਾਮ ਜਿਹੜਾ ਚਮਕਾਈ ਜਾਵਾਂਗੇ, ਪਾਰਟੀ ਦਾ ਵੀ ਔਰ ਆਪਣਾ ਵੀ। ਹੁਣ ਅਗਲਾ ਸਵਾਲ ਅਸੀਂ ਤੁਹਾਨੂੰ ਇਹ ਪੁੱਛਾਂਗੇ, ਇਹ ਜੋ ਘਟਾਲਾ ਹੁਣ ਕਰੋੜਾਂ ਰੁਪਇਆਂ ਦਾ ਹੋਇਆ, ਇਹ ਜਿਹੜੇ ਵੀ ਮੰਤਰੀਆਂ ਨੇ ਕੀਤਾ ਆ, ਜਿਨ੍ਹਾਂ ਦੇ ਕੱਲ ਇੱਥੇ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਸਾਧੂ ਸਿੰਘ ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ, ਕੈਪਟਨ ਸਰਕਾਰ ਦਾ ਵੀ ਪੁਤਲਾ ਫੂਕਿਆ ਵਿੱਚ, ਤੇ ਤੂੰ ਦੱਸੋ ਤੁਸੀਂ ਉਹਨਾਂ ਨੂੰ ਕੋਈ ਸਜ਼ਾਵਾਂ ਮਿਲਣਗੀਆਂ ਜੋ ਇਹ ਪੰਜਾਬ ਸਰਕਾਰ ਦੇ ਪ੍ਰਤੀ ਉਹਨਾਂ ਨੇ ਆਪਣਾ ਪੱਖ ਰੱਖਿਆ ਆ, ਕਰਮਚਾਰੀ ਦੂਸਰੇ ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤਾ, ਕਿ ਉਹਨਾਂ ਨੂੰ ਤੁਸੀਂ ਜਿਹੜਾ ਡਿਸਮਿਸ ਕਰੋ ਉਹਨਾਂ ਦੇ ਅਹੁਦੇ ਤੋਂ? ਤੁਹਾਨੂੰ ਲੱਗਦਾ ਕਿ ਇੱਥੇ ਕੋਈ ਸੁਣਵਾਈ ਹੋਏ? ਦੇਖੋ, ਇਹਦੇ ਤੇ ਜਿਹੜਾ ਮੰਤਰੀਆਂ ਤੇ ਕਾਰਵਾਈ ਕਰਨ ਦੀ ਗੱਲ ਹੈ, ਉਹ ਤਾਂ ਮੁੱਖ ਮੰਤਰੀ ਸਾਹਿਬ ਦਾ ਸਾਫ਼ ਬਿਆਨ ਹੈ। ਉਹਨੇ ਬਾਜਵਾ ਸਾਹਿਬ ਨੂੰ ਕਿਹਾ ਕਿ ਤੇਰੇ ਤੇ ਵੀ ਰੋਪ ਲੱਗੇ ਸੀਗੇ, ਤੇ ਉਦੋਂ ਮੈਂ ਕਿਹੜਾ ਕੋਈ ਇਹਦੇ ਤੇ ਇਨਵੈਸਟੀਗੇਸ਼ਨ ਕਰਾਈ ਸੀ ਜਾਂ ਤੇ ਇੱਥੇ ਕੋਈ ਰੋਪ ਸਾਫ਼ ਕੀਤਾ ਸੀਗਾ। ਉਹ ਤਾਂ ਪਤਾ ਲੱਗਦਾ ਹੈ ਜੇ ਕਾਲਜਾਂ ਨੇ ਘਪਲਾ ਕੀਤਾ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ। ਤੇ ਇਹ ਤਾਂ ਪਹਿਲਾਂ ਦੱਸਿਆ ਵੀ ਇਹ ਜਿਹੜੀ ਗਰੀਬ ਜਨਤਾ ਦਾ ਫੰਡ ਹੈ ਇਸਤੇਮਾਲ ਹੋਇਆ, ਇਹ ਗਰੀਬਾਂ ਨੂੰ ਗੁੰਮਰਾਹ ਕਰਨ ਵਾਲਾ ਕੰਮ ਆ। ਇਹ ਮਨੋਂ ਇਹਨਾਂ ਦੇ ਕੋਈ ਨਹੀਂ ਹੈਗਾ, ਇਹਨਾਂ ਦੀ ਸੋਚ ਵਿੱਚ ਕੋਈ ਨਹੀਂ ਹੈਗਾ ਕਿ ਇਹਨਾਂ ਨੂੰ ਜਿਹੜਾ ਲਾਭ ਦੇਣਾ ਹੈਗਾ, ਇਹ ਤਰੱਕੀ ਨਾ ਕਰ ਦੇਣ, ਇਹਨਾਂ ਦੀ ਇਹ ਜਿਹੜੀ ਮਾਨਸਿਕਤਾ ਹੈਗੀ ਹੈ। ਸੋ ਇਸ ਕਰਕੇ ਇਹਨਾਂ ਦੇ ਕੁਝ ਨਹੀਂ ਹੋਣਾ, ਨਾ ਅੱਜ ਤੱਕ ਕਿਸੇ ਦੇ ਕੁਝ ਹੋਇਆ। ਇੰਨੇ ਵੱਡੇ ਵਪਾਰੀ ਇਹਨਾਂ ਕਰੋੜਾਂ ਰੁਪਇਆ ਲੈ ਕੇ ਬਾਹਰ ਚਲੇ ਗਏ ਆ, ਉਹਨਾਂ ਦੇ ਕੁਝ ਨਹੀਂ, ਪੇਪਰ ਅਖਬਾਰਾਂ ਲਿਖਦੀਆਂ, ਉਹਨਾਂ ਦੇ ਕੁਝ ਨਹੀਂ ਹੋਇਆ, ਇਹਨਾਂ ਤੇ ਵੀ ਕੁਝ ਨਹੀਂ ਹੋਣਾ। ਇਹ ਸਿਰਫ ਇਹਨਾਂ ਦੀ ਸਕੀਮ ਦੇ ਪੈਸੇ ਇਹਨਾਂ ਨੂੰ ਮਿਲਣੇ ਆ, ਉਹ ਟਾਈਮ ਸਿਰ ਕਾਲਜਾਂ ਨੂੰ ਨਹੀਂ ਮਿਲਦੇ, ਸਟੂਡੈਂਟਾਂ ਨੂੰ ਨਹੀਂ ਮਿਲਦੇ, ਉਹਨਾਂ ਦਾ ਟਾਈਮ ਨਿਕਲ ਗਿਆ, ਐਡਮਿਸ਼ਨ ਦਾ ਟਾਈਮ ਨਿਕਲ ਗਿਆ, ਕਿਸੇ ਨੇ ਪੜ੍ਹਾਈ ਛੱਡ ਦਿੱਤੀ ਹੈ ਵਿੱਚ, ਕਈਆਂ ਨੇ ਗਾਂ ਐਡਮਿਸ਼ਨ ਨਹੀਂ ਲੈਣੀ। ਇਸ ਕਰਕੇ ਉਸ ਸਮਾਜ ਨਾਲ ਇਹ ਧੱਕਾ ਹੋ ਰਿਹਾ ਸਾਰਾ। ਇਸ ਸਮੇਂ ਦੀਆਂ ਸਰਕਾਰਾਂ ਮੈਂ ਸਮਝਦਾ ਕਿ ਜਿੰਨੀਆਂ ਵੀ ਆਈਆਂ ਸਾਰਿਆਂ ਨੇ ਇਹ ਕੀਤਾ, ਕਿਸੇ ਨੇ ਵੀ ਮੰਨੋ ਤੁਹਾਨੂੰ ਇਹ ਨਹੀਂ ਸੋਚਿਆ ਕਿ ਉਹ ਪਹਿਲੀ ਸਰਕਾਰ ਨੇ ਆ ਕੀਤਾ ਹੀ ਮੈਂ ਆ ਕਰ ਦੇਵਾਂ। ਠੀਕ ਹੈ ਜੀ, ਉਹ ਤੁਹਾਡੇ ਸਾਹਮਣੇ ਆ, ਜੋ ਵੀ ਅਖਬਾਰਾਂ 'ਚ ਲਿਖਦਾ ਸ਼ਬਦ ਆ, ਜੋ ਵੀ ਹੈ ਉਹ ਕੋਈ ਕਹਿੰਦਾ CBI ਤੋਂ ਜਾਂਚ ਕਰਾਓ, CBI ਜਾਂਚ ਕਰੇਗਾ, 6 ਮਹੀਨੇ ਸਾਲ 2 ਸਾਲ ਨਿਕਲ ਜਾਣਗੇ, ਪਰ ਜਿਹੜਾ ਫੰਡ ਜਿਹੜਾ ਹੋਣਾ ਹੈ, ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ, ਉਹ ਤਾਂ 2-3 ਸਾਲ ਮਿਲਣਾ ਜਾਂ ਨਹੀਂ ਮਿਲਣਾ, ਉਹਨਾਂ ਦਾ ਟਾਈਮ ਖਰਾਬ ਹੋਗਾ ਨਾ, ਐਡਮਿਸ਼ਨਾਂ ਨਾ ਹੋਈਆਂ, ਉਹ ਅਨਪੜ੍ਹ ਰਹਿ ਗਏ, ਉਹਨਾਂ ਨੂੰ ਕੀ ਫਾਇਦਾ ਮਿਲਿਆ? ਬੱਚਿਆਂ ਦਾ ਜਿਹੜਾ ਭਵਿੱਖ ਉਹ ਖਰਾਬ ਹੋ ਜਾਏਗਾ, ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਖਰਾਬ ਹੋ ਰਿਹਾ। ਬੱਚੇ ਰੋਜ਼ ਵਿਚਾਰੇ ਕਾਲਜਾਂ ਦੇ ਬਾਹਰ ਧਰਨੇ ਲਾਉਂਦੇ ਆ, ਪ੍ਰਦਰਸ਼ਨ ਕਰਦੇ ਆ, ਕਦੀ DC ਦਫ਼ਤਰ ਚਲ ਜਾਂਦੇ ਆ, ਕਦੀ ਕਾਲਜ ਚਲ ਜਾਂਦੇ ਆ, ਕਦੀ ਇੱਧਰ ਚਲ ਜਾਂਦੇ, ਕਦੀ ਉਹਦੇ 'ਚ ਕੋਈ ਸੁਣਵਾਈ ਨਹੀਂ ਹੈ, ਕੋਈ ਕਿਸੇ ਨੂੰ ਦੁੱਖ ਦਰਦ ਨਹੀਂ ਹੈ, ਸਭ ਨੂੰ ਆਪਣੀ ਆਪਣੀ ਕੁਰਸੀ ਦੀ ਪਈ ਹੋਈ ਹੈ। ਠੀਕ ਹੈ ਜੀ, ਔਰ ਸਮਾਜ ਦੇ ਤਰੀਕੇ ਕਿਸੇ ਕੋਈ ਜਵਾਬ ਦੇ ਨਹੀਂ ਹੈ। ਮੈਂ ਇਹ ਤੁਹਾਨੂੰ ਭਲੀ ਪ੍ਰਧਾਨ ਜੀ, ਇਹਦੇ ਵਿੱਚ ਧਰਨਾ ਪ੍ਰਦਰਸ਼ਨ ਦੇ ਵਿੱਚ ਕਈ ਵਾਰ ਇਹ ਵੀ ਰੂਪ ਰੇਖਾ ਦੇਖੀ ਗਈ ਆ ਕਿ ਜਿਹੜੇ ਪ੍ਰਧਾਨ ਕਈ ਜਥੇਬੰਦੀਆਂ ਹੁੰਦੀਆਂ ਹਨ, ਉਹ ਆਪਣਾ ਜਾਰੀ ਪੱਖ ਮੋਹਰੇ ਰੱਖ ਕੇ ਬੱਚਿਆਂ ਨੂੰ ਗਮਰਾਹ ਕਰਦੀਆਂ ਹਨ, ਮੁੜ ਕੇ ਉਹ ਕਿਸੇ ਤਰ੍ਹਾਂ ਕਾਲਜਾਂ ਦੇ ਨਾਲ ਉਹਨਾਂ ਦੀ ਕਹਿ ਲਓ ਤੁਸੀਂ ਸੈਟਿੰਗ ਵਗੈਰਾ ਵੀ ਹੋ ਜਾਂਦੀ ਆ। ਉਹਦੇ ਬਾਰੇ ਕੀ ਤੁਸੀਂ ਆਖੋਗੇ? ਦੇਖੋ, ਗੱਲ ਇਹ ਆ ਕਿ ਅਲਟੀਮੇਟਲੀ ਤਾਂ ਬੱਚੇ ਦਾ ਟਾਈਮ ਖਰਾਬ ਹੈ। ਬੱਚਾ
ਕਾਲਜ ਦੇ ਨਾਲ ਜਿਹੜਾ ਉਹਨੂੰ ਆਪਾਂ ਇੱਕ ਟਾਰਗੇਟ ਕਰਨਾ, ਇੱਕ ਜਿਨ੍ਹਾਂ ਨੇ ਉਹਨਾਂ ਨੂੰ ਸਿੱਖਿਆ ਦੇਣੀ ਆ ਉਹਨਾਂ ਦੀ ਨਿਗਾਹ ਦੇ ਵਿੱਚ ਆ ਜਾਣਾ ਜਾਂ ਕਾਲਜ ਦੀ ਨਿਗਾਹ ਦੇ ਵਿੱਚ ਆ ਜਾਣਾ, ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀ ਵੀ ਸਕੀਮ ਹੈ ਉਹਦਾ ਜਿਹੜਾ ਫੰਡ ਆ ਉਹ ਜੇ ਬੱਚਿਆਂ ਨੂੰ ਦੇਣਾ ਤਾਂ ਬੱਚਿਆਂ ਨੂੰ ਦਿਓ, ਜੇ ਕਾਲਜ ਨੂੰ ਦੇਣਾ ਤਾਂ ਕਾਲਜ ਨੂੰ ਦਿਓ, ਜਿੰਨੀ ਜਲਦੀ ਸੁਵਿਧਾ ਇਹਨੂੰ ਕਰੋ। ਅਗਰ ਤੁਹਾਡੇ ਵਾਕਿਆ ਹੀ ਤੁਹਾਡੇ ਅੰਦਰ ਇਨਸਾਨੀਅਤ ਹੈ ਤੇ ਇਹ ਕੰਮ ਜਥੇਬੰਦੀਆਂ ਵੀ ਨਾ ਕਰਨ, ਇਹ ਕਾਲਜ ਵੀ ਨਾ ਕਰਨ, ਤੇ ਇਹ ਕਾਲਜ ਜਿਹੜੇ ਸਟੂਡੈਂਟ ਆ ਉਹ ਵੀ ਆਪਣਾ ਟਾਈਮ ਖਰਾਬ ਕਰਕੇ ਇਹ ਕੰਮ ਨਾ ਕਰਨ ਔਰ ਪੜ੍ਹਾਈ ਵੱਲ ਧਿਆਨ ਦੇਣ, ਕਿਉਂਕਿ ਜ਼ਰੂਰੀ ਨਹੀਂ ਕਿ ਕਾਲਜ ਵਿੱਚ ਰੈਗੂਲਰ ਪੜ੍ਹਾਇਆ ਜਾ ਸਕਦਾ। ਬਹੁਤ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਵੀ ਤੌਰ ਤੇ ਵੀ ਘਰ ਬਹਿ ਕੇ ਪੜ੍ਹ ਕੇ ਪੇਪਰ ਦੇ ਲੈਂਦੇ ਆ। ਇਸ ਕਰਕੇ ਬੱਚਿਆਂ ਨਾਲ ਜਾਣ ਬੁੱਝ ਕੇ ਇੱਕ ਸਕੀਮ ਦੇ ਤਹਿਤ ਮੈਂ ਸਮਝਦਾ ਵੀ ਜਿਹੜਾ ਉਹਨਾਂ ਨੂੰ ਖਰਾਬ ਕੀਤਾ ਜਾ ਰਿਹਾ, ਤੇ ਉਹਨਾਂ ਦਾ ਧਿਆਨ ਜਿਹੜਾ ਧਰਨਾ ਪ੍ਰਦਰਸ਼ਨ 'ਚ ਲੱਗਾ ਰਹੇ ਔਰ ਉਹ ਪੜ੍ਹਾਈ ਵਾਲਾ ਧਿਆਨ ਨਾ ਲੱਗੇ ਉਹਨਾਂ ਦਾ, ਔਰ ਜਦੋਂ ਉਹਨਾਂ ਦੇ ਪੇਪਰ ਦੇਣ ਦਾ ਟਾਈਮ ਆਵੇ ਉਸ ਵੇਲੇ ਉਹ ਫੇਲ। ਤੋ ਜਾਣੀ ਕਿ ਪੜ੍ਹਾਈ ਵਾਲੇ ਪਾਸੇ ਵੀ ਨੁਕਸਾਨ, ਟਾਈਮ ਦਾ ਵੀ ਨੁਕਸਾਨ, ਜਿਹੜੀ ਉਹਨਾਂ ਦੀ ਵਿਚਾਰ ਆ, ਜਿਹੜਾ ਉਹਨਾਂ ਦੀ ਸੋਚ ਆ, ਉਹਦੇ ਵਿੱਚ ਵੀ ਜਿਹੜੀ ਉਹ ਚੀਜ਼ ਚੰਗੀ ਬਣਨੀ ਆ, ਉਹ ਆਹੀ ਚੀਜ਼ਾਂ ਗਲਤ ਬਣਨੀਆਂ ਕਿ ਸਾਡੇ ਦਿਮਾਗ ਨਾਲ ਧੱਕਾ ਹੋ ਰਿਹਾ, ਸਾਡਾ ਕਾਲਜ ਧੱਕਾ ਕਰ ਰਹੀਆਂ, ਸਾਡੇ ਸਰਕਾਰਾਂ ਧੱਕਾ ਕਰ ਰਹੀਆਂ। ਤੋ ਇਹ ਜਿਹੜਾ ਸਾਰਾ ਉਹਨਾਂ ਦਾ ਜਿਹੜਾ ਦਿਮਾਗ ਦੇ ਵਿੱਚ ਜਿਹੜੀ ਚੰਗੀਆਂ ਗੱਲਾਂ ਆਉਣੀਆਂ ਜਗ੍ਹਾ ਤੇ ਮਾੜੀ ਗੱਲਾਂ ਇਹ ਪਹੁੰਚਦੀਆਂ, ਇਹ ਸਰਕਾਰਾਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ। ਇਹ ਨਹੀਂ ਹੋਣੀਆਂ ਚਾਹੀਦੀਆਂ, ਚਾਹੇ ਉਹ ਮੌਜੂਦਾ ਸਰਕਾਰ ਹੈ ਚਾਹੇ ਉਹ ਆਪੋਜੀਸ਼ਨ ਆ। ਇਹਨਾਂ ਚੀਜ਼ਾਂ ਨੂੰ ਇਹਦੇ ਤੇ ਰਾਜਨੀਤੀ ਘੱਟ ਕਰਕੇ ਇਹਦੇ ਤੇ ਜਿੰਨੀ ਜਲਦੀ ਤੋਂ ਜਲਦੀ ਹੱਲ ਕੱਢਣਾ ਚਾਹੀਦਾ, ਤਾਂ ਕਿ ਬੱਚੇ ਆਪਣਾ ਟਾਈਮ ਖਰਾਬ ਕੀਤੇ ਬਿਨਾਂ ਸਮੇਂ ਸਿਰ ਆਪਣੀਆਂ ਪੜ੍ਹਾਈਆਂ ਦਾਖਲਾ ਲੈ ਕੇ ਕਰ ਸਕਣ। ਤੁਹਾਡੇ ਟਰੱਸਟ ਵੱਲੋਂ ਸਮੇਂ-ਸਮੇਂ ਤੇ ਅਫਸਰਾਂ ਨਾਲ, ਜਿਵੇਂ ਕਿ ਜਲੰਧਰ ਭਲਾਈ ਦਫ਼ਤਰ ਆਫਿਸਰ ਜਿਹੜਾ ਉਹਨਾਂ ਦੇ ਵੀ ਧਿਆਨ ਵਿੱਚ ਤੁਸੀਂ ਇਹ ਮਾਮਲਾ ਲਿਆਂਦਾ ਸੀਗਾ, ਔਰ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ? ਤੁਹਾਨੂੰ ਲੱਗਾ ਕਦੀ ਜੋ ਵੀ ਮੁੱਦਾ ਤੁਸੀਂ ਉੱਥੇ ਪਹੁੰਚਾਇਆ ਹੋਵੇ ਉੱਥੇ ਕਦੀ ਸੁਣਵਾਈ ਹੋਈ ਹੋਵੇ? ਮੈਂ ਕਿਹਾ ਜੀ ਕੋਈ ਸੁਣਵਾਈ ਨਹੀਂ ਹੈਗੀ। ਗਲੋਬਲ ਅਵੇਅਰਨੈਸ ਟਰੱਸਟ ਫॉर ਰਾਈਟਸ ਆਫ ਪੂਰੇ ਪੰਜਾਬ ਵਿੱਚ ਰਜਿਸਟਰਡ ਆ, ਉਹ 2011-12 ਤੋਂ ਇਹ ਸੰਸਥਾ ਚੱਲਦੀ ਪਈ ਆ ਔਨ ਰਿਕਾਰਡ, ਔਰ 2012-13 ਦੇ ਵਿੱਚ ਇਸ ਕਾਲਜ ਨੂੰ ਬੜੀ ਸਖਤੀ ਨਾਲ ਲਾਗੂ ਕਰਨ ਦੇ ਲਈ ਸਾਨੂੰ ਦੁਆਬਾ ਕਾਲਜ ਦੇ ਹਾਈ ਕੋਰਟ ਵਿੱਚ ਜਾ ਕੇ ਬੱਚਿਆਂ ਦੇ ਥਰੂ ਕੇਸ ਪਾਉਣੇ ਪਏ ਸੀਗੇ। ਉਸ ਤੋਂ 2 ਸਾਲ ਬਾਅਦ ਹੋਰ ਵੀ ਕਾਲਜ ਜਿਹੜੇ ਨਹੀਂ ਸੀ ਨਾ ਸਕੀਮਾਂ ਨੂੰ ਲਾਗੂ ਕਰਦੇ, ਜੇ ਜਿਹੜਾ ਚਲੋ ਹੁਣ ਤਾਂ 1200 ਬੱਚੇ ਦੀ ਹਰ ਕਾਲਜ ਵਿੱਚ ਐਡਮਿਸ਼ਨ ਹੈਗੀ, ਉਹ ਤਾਂ 1-2 ਦੀ ਕਿਸੇ ਦੀ ਹੁੰਦੀ, ਜਿਹੜਾ ਕੋਈ ਜਿਹਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ। ਇਹ ਤਾਂ ਸਾਡੀ ਸੰਸਥਾ ਨੇ ਅਵੇਅਰਨੈਸ ਕੀਤੀ। ਅੱਜ ਵੀ ਕਿਸੇ ਕਾਲਜ ਨੂੰ ਜਾ ਕੇ ਪੁੱਛ ਲਓ, ਉਹ ਤੁਹਾਨੂੰ ਦੱਸਣਗੇ ਕਿ ਗਲੋਬਲ ਅਵੇਅਰਨੈਸ ਜਿਹੜਾ ਟਰੱਸਟ ਹੈ ਉਹਦੀ ਜਿਹੜੀ ਅਵੇਅਰਨੈਸ ਦੇ ਬਦੌਲਤ ਜਿਹੜਾ 1100 ਹਰ ਕਾਲਜ ਦੀ ਗਿਣਤੀ ਆ ਉਹਦੇ ਕਰਕੇ ਆ। तो मैं ये कहांगा कि ये जे असी जाने DC साहब को तो कॉलेज में लैटर कर दिंदा, कॉलेज में ना कटे तो जिला भलाई अफसर नूं मार कर दिंदा, जिला भलाई अफसर की चिट्ठी करदा है वो कॉलेज लिखदा, ना कॉलेज जवाब दिंदा, ना जिला भलाई जवाब दिंदा, ना DC जवाब दिंदा। जे असी मंग पत्र DC के थ्रू गवर्नर साहब नूं भेजदे आ जां पंजाब सरकार दे राष्ट्रपति नूं भेजदे, उहदा भी कोई जवाब नहीं हुंदा, कोई एक्शन नहीं हुंदा। मैनूं ते एवें लगदा कि जिन्ने भी एजुकेशन माफिया है ਇਹਨਾਂ ਦਾ ਬਹੁਤ ਵੱਡਾ ਦਬਦਬਾ ਆ, ਇਹਨਾਂ ਇਹ ਸਰਕਾਰਾਂ ਦੀ ਵੀ ਪਰਵਾਹ ਨਹੀਂ ਕਰਦੀਆਂ, ਕਿਉਂਕਿ ਹਰ ਕਾਲਜ ਦੇ ਵਿੱਚ ਮਿਨਿਸਟਰ ਦੇ ਪੋਸਟਰ ਲੱਗੇ ਆ, DC ਸਾਹਿਬ ਦੇ ਪੋਸਟਰ ਲੱਗੇ ਆ, ਪੁਲਿਸ ਕਮਿਸ਼ਨਰ ਸਾਹਿਬ ਦੇ ਪੋਸਟਰ ਲੱਗੇ ਆ, ਜਾਂ SP ਸਾਹਿਬ ਦੇ ਜਾਂ CM ਸਾਹਿਬ ਦੇ ਲੱਗੇ ਆ। ਉਹ ਤਾਂ ਬੰਦਾ ਜਾ ਕੇ ਦੇਖ ਕੇ ਇੱਥੇ ਡਰ ਜਾਂਦਾ ਹੈ ਵੀ ਇੱਥੇ ਇਸ ਕਾਲਜ ਵਿੱਚ ਤਾਂ ਐਡੇ ਤਕੜੇ ਹਸਤੀਆਂ ਦੇ ਲੱਗੇ ਆ, ਸਾਡੀ ਇੱਥੇ ਸੁਣਵਾਈ ਕੀ ਹੋਣੀ ਆ। ਤਾਂ ਇਸ ਕਰਕੇ ਕੋਈ ਸੁਣਵਾਈ ਨਹੀਂ ਹੈ, ਸਭ ਆਪਣਾ ਆਪਣਾ ਟਾਈਮ ਪਾਸ ਕਰ ਰਹੇ ਆ। ਹੁਣ ਸਾਨੂੰ ਜ਼ਿਲ੍ਹਾ ਭਲਾਈ ਅਫਸਰ ਦੇ ਕਿਸੇ ਅਫਸਰ ਨੇ ਦੱਸਿਆ ਕਿ ਤੁਹਾਡੇ ਸਮਾਜ ਦਾ ਜ਼ਿਲ੍ਹਾ ਭਲਾਈ ਅਫਸਰ ਹੈ ਉਹ ਡਿਪਟੀ ਡਾਇਰੈਕਟਰ ਬਣਿਆ। ਜਦੋਂ ਅਸੀਂ ਉਹਦੇ ਧਿਆਨ 'ਚ ਗੱਲ ਲੈਂਦੀ, ਉਹ ਸਾਡੇ ਗਲ ਪੈ ਗਿਆ, ਕਹਿੰਦਾ ਮੇਰੇ ਬੱਚੇ ਆ, ਮੈਂ ਪੜ੍ਹਾਉਣਾ ਆ, ਇਸ ਕਰਕੇ ਮੈਂ ਨਹੀਂ ਜਾ ਸਕਦਾ ਉੱਥੇ, ਮੇਰਾ ਇਹ ਜਿਹੜਾ ਪਰਸਨਲ ਮਾਮਲਾ ਹੈ। ਸੋ ਇਹ ਚੀਜ਼ਾਂ ਆ ਕਿ ਬਹੁਤ ਬੰਦੇ ਲੀਡਰ ਔਰ ਬਹੁਤ ਬੰਦੇ ਅਫਸਰ ਆ ਜਿਹੜੇ ਕਿ ਸਾਡੇ ਸਮਾਜ ਦੇ ਹੋ ਕੇ ਕਹਿਣਗੇ ਸਾਡੇ ਕੋਲ ਪਾਵਰ ਹੀ ਹੈ ਨਹੀਂ, ਕੋਈ ਅਸੀਂ ਕੁਝ ਕਰ ਹੀ ਨਹੀਂ ਸਕਦੇ। ਤਾਂ ਮੈਂ ਸਮਝਦਾ ਕਿ ਸਮਾਜ ਨਾਲ ਧੋਖਾ ਕਰ ਰਿਹਾ ਔਰ ਉਹ ਜਿਹੜਾ ਆਪਣਾ ਟਾਈਮ ਪਾਸ ਕਰ ਰਿਹਾ, ਸਰਕਾਰ ਨੂੰ ਤਨਖਾਹ ਲੈਂਦੇ ਨੇ ਔਰ ਆਪਣੇ ਨਜ਼ਾਰੇ ਲੁੱਟਦੇ ਨੇ। ਸਮਾਜ ਨੂੰ ਜਿੱਥੇ ਜਾਂਦਾ ਜਾਵੇ ਜਾਂ ਡਿਪਾਰਟਮੈਂਟ ਨੂੰ ਜੋ ਵੀ ਉਹ ਉਸ ਜ਼ਿੰਮੇਵਾਰੀ ਲੱਗੀ ਆ ਉਹਦੇ ਤੋਂ ਪੂਰਾ ਕੋਈ ਖਰਾ ਨਹੀਂ ਉਤਰਦਾ। तो ये सारा समाज का धक्का आ, ये नहीं होना चाहिए। सरकारों को इत्थे ईमानदारी नाल काम करना चाहिए। ਤੁਹਾਡੇ ਕਹਿਣ ਦਾ ਮਤਲਬ ਇਹੀ ਹੋਇਆ ਵੀ ਜਦੋਂ ਵੀ ਕੋਈ ਮੁੱਦਾ ਕਿਸੇ ਦੇ ਕੋਲ ਲੈ ਕੇ ਜਾਂਦੇ, ਚਾਹੇ DC ਸਾਹਿਬਾਨ ਨੂੰ ਕੋਲ ਲੈ ਜਾਓ, ਚਾਹੇ DC ਸਾਹਿਬਾਨ ਦੇ ਜ਼ਰੀਏ ਤੁਸੀਂ ਅੱਗੇ ਮੰਗ ਪੱਤਰ ਜਿਹੜਾ ਆ ਆਪਣੇ ਕੇਂਦਰ ਸਰਕਾਰ ਨੂੰ ਭੇਜਦੇ ਆ, ਉੱਥੇ ਕੋਈ ਸੁਣਵਾਈ ਨਹੀਂ ਹੁੰਦੀ। ਕਦੀ ਕੋਈ ਜਵਾਬ ਹੀ ਨਹੀਂ ਆਇਆ ਜੀ, ਕਦੀ ਕੋਈ ਜਵਾਬ ਨਹੀਂ ਆਇਆ, ਕਦੀ ਕਿਸੇ ਨੇ ਕੋਈ ਬਿਆਨ ਨਹੀਂ ਲਿਆ, ਕਦੀ ਕਿਸੇ ਨੇ ਪੁੱਛ ਪੜਤਾਲ ਨਹੀਂ ਕੀਤੀ ਕਿ ਤੁਹਾਡੀ ਸੰਸਥਾ ਨੇ ਆ ਮੰਗ ਪੱਤਰ ਭੇਜਿਆ ਸੀ, ਦੱਸੋ ਤੁਹਾਨੂੰ ਇੱਥੇ ਕੀ ਇਤਰਾਜ਼ ਆ, ਜਾਂ ਕਿਸੇ ਕਾਲਜ ਨੂੰ ਤਲਬ ਕੀਤਾ ਹੋਵੇ, ਕੁਛ ਨਹੀਂ। DC ਸਾਹਿਬ ਆਉਂਦੇ ਆ, 3 ਸਾਲ ਰਹਿੰਦੇ ਆ, ਉਹ ਆਰਾਮ ਨਾਲ ਆਪਦੇ ਉਹ ਜੋ ਮਰਜ਼ੀ ਬੱਚੇ ਪੇਸ਼ ਹੋਣ, ਪੇਰੈਂਟਸ ਪੇਸ਼ ਹੋਣ, ਜੋ ਮਰਜ਼ੀ ਲਿਖ ਕੇ ਦੇ ਜਾਓ, 3 ਸਾਲ ਬਾਅਦ ਉਹਨਾਂ ਦੀ ਬਦਲੀ ਹੋ ਜਾਂਦੀ ਆ।
ਜਵਾਬ ਦੇ ਅਗਲਾ ਆਉਂਦਾ, ਉਹ ਕਹਿੰਦਾ ਜੀ ਮੈਂ ਤਾਂ ਹੁਣ ਆਇਆ, ਮੈਨੂੰ ਇਹਦੇ ਬਾਰੇ ਪਤਾ ਨਹੀਂ, ਮੈਂ ਹਲੇ ਜਾਣਕਾਰੀ ਲਵਾਂਗਾ। 3 ਸਾਲ ਉਹ ਕੱਢਦਾ, ਉਹ ਚਲੇ ਜਾਂਦਾ। ਸਹੀ ਤਾਂ 2011-12 ਤੋਂ ਦੇਖਦੇ ਹੀ ਆਏ ਆ। 3-4 ਡੀਸੀ ਸਾਹਿਬ ਬਦਲ ਗਏ ਆ, ਇੱਥੇ ਹੋਰ ਵੀ ਅਫਸਰ ਬਦਲ ਗਏ ਆ। ਉਹ ਕਹਿੰਦੇ ਜੀ ਮੇਰੇ ਧਿਆਨ ਨਹੀਂ, ਮੈਂ ਕਰਦਾ, ਮੈਂ ਦੇਖਦਾ। ਜੇ ਕੋਈ ਉੱਤੋਂ ਸਰਕਾਰ ਭੇਜਦੀ ਵੀ ਆ, ਉਹ ਅਫਸਰ ਜਿੱਦਾਂ ਸਾਡੇ ਤੇ ਕਿਰਪਾ ਸ਼ੰਕਰ ਜੀ ਆਏ ਸੀ ਪਿੱਛੇ ਜਿਹੇ, ਅਸੀਂ ਉਹਨਾਂ ਨਾਲ ਕੁਐਸਚਨ ਕੀਤੇ ਕੁਝ, ਉਹ ਕਹਿੰਦਾ ਜੀ ਮੈਂ ਤਾਂ ਹੁਣੇ ਲੱਗਾ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਮੈਂ ਸਟੱਡੀ ਕਰਾਂਗਾ। ਤੁਸੀਂ ਦੇਖੋ ਵੀ ਉਹਨਾਂ ਦੇ ਆਉਣ ਦਾ ਇੱਥੇ ਕੀ ਫਾਇਦਾ, ਜੇ ਉਹ ਨਵੇਂ ਅਫਸਰ ਲੱਗ ਕੇ ਉਹਨਾਂ ਨੂੰ ਸਕੀਮ ਬਾਰੇ ਨਹੀਂ ਪਤਾ, ਜਾ ਕੇ ਸਟੱਡੀ ਕਰਨਗੇ। ਠੀਕ ਹੈ ਜੀ। ਉਹਨਾਂ ਨਾਲ ਜੋ ਸਾਰੇ ਜਥੇਬੰਦੀਆਂ ਨੇ ਔਰ ਸਾਰੇ ਸਟੂਡੈਂਟ ਨੇ, ਉੱਥੇ ਪੋਲੀਟੀਕਲ ਬੰਦਿਆਂ ਨੇ ਵੀ ਸਾਰਿਆਂ ਨੇ ਆਪਣੇ ਬਿਆਨ ਦਰਜ ਕਰਾਏ, ਆਪਣੇ ਮੁੱਦੇ ਰੱਖੇ ਸੀ। ਉੱਥੇ ਕੋਈ ਕਾਰਵਾਈ ਨਹੀਂ। ਕਾਲਜਾਂ ਫਿਰ ਉਹੀ ਹਾਲ ਆ, ਕਾਲਜ ਉਹੀ ਕਹਿੰਦੇ ਕਿ ਸਰਕਾਰ ਸਾਨੂੰ ਪੈਸੇ ਨਹੀਂ ਦੇ ਰਹੀ, ਅਸੀਂ ਬੱਚੇ ਨੂੰ ਸਾਲ ਪੜ੍ਹਾਈਏ, 2 ਸਾਲ ਪੜ੍ਹਾਈਏ, 3 ਸਾਲ, ਕਿੰਨੇ ਸਾਲ ਪੜ੍ਹਾਈਏ। ਇਸ ਕਰਕੇ ਸਰਕਾਰਾਂ ਨੂੰ ਅਪੀਲ ਹੈ ਕਿ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਕੇ ਜਿਹੜੇ ਵੀ ਫੰਡ ਉਹ ਇਮਾਨਦਾਰੀ ਨਾਲ ਰਿਲੀਜ਼ ਕਰਨ, ਇੱਧਰ ਉੱਧਰ ਨਾਮ ਨੂੰ ਖਾਣ, ਕਿਉਂਕਿ ਗਰੀਬਾਂ ਦਾ ਫੰਡ ਖਾਦਾ, ਉਹਦਾ ਰਿਜ਼ਲਟ ਜੇ ਕੋਈ ਬੰਦਾ ਮਹਿਸੂਸ ਕਰਦਾ ਹੋਵੇ ਤਾਂ ਉਹਦਾ ਹਰ ਇੱਕ ਬੰਦੇ ਨੂੰ ਰਿਜ਼ਲਟ ਉਹਦਾ ਜ਼ਰੂਰ ਮਿਲਦਾ, ਜੇ ਅਗਰ ਕੋਈ ਬੰਦਾ ਮਹਿਸੂਸ ਕਰਦਾ ਹੋਵੇ। ਹੁਣ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਆ, ਸਾਨੂੰ ਲੱਗਦਾ ਕਿ ਇਹਦੇ ਤੋਂ ਜਿਹੜੇ ਬੱਚੇ ਆ ਤੁਹਾਨੂੰ ਦੇਖ ਰਹੇ ਆ, ਉਹ ਜ਼ਰੂਰ ਇਹ ਮਤਲਬ ਤੁਹਾਡੇ ਤੱਕ ਪਹੁੰਚ ਕਰਨਗੇ ਕਿ ਗਲੋਬਲ ਅਵੇਅਰਨੈਸ ਟਰਸਟ ਜਲੰਧਰ ਦੇ ਵਿੱਚ ਵੀ ਇੱਕ ਦਫ਼ਤਰ ਹੈਗਾ, ਜਿੱਥੇ ਬੱਚਿਆਂ ਦੀ ਜਿਹੜੀ ਸੁਣਵਾਈ ਨਾ ਹੋਵੇ ਤਾਂ ਉਹ ਅੱਗੇ ਹੋ ਸਕਦੀ ਹੈ। ਜੇ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਬੱਚਿਆਂ ਨੇ, ਤੇ ਤੁਸੀਂ ਉਹਨਾਂ ਨੂੰ ਪਲੀਜ਼ ਆਪਣਾ ਇੱਕ ਨੰਬਰ ਤੇ ਦਫ਼ਤਰ ਦਾ ਜਿਹੜਾ ਐਡਰੈਸ ਆ ਉਹ ਦੇ ਦਿਓ, ਤਾਂ ਜੋ ਜਿਹੜੇ ਕਿਸੇ ਵੀ ਬੱਚੇ ਨੇ ਤੁਹਾਡੇ ਨਾਲ ਟਾਈ ਅਪ ਕਰਨਾ ਹੋਵੇ ਤਾਂ ਉਹ ਤੁਹਾਡੇ ਨਾਲ ਕਰ ਸਕੇ। ਦੇਖੋ ਜੀ, ਗਲੋਬਲ ਅਵੇਅਰਨੈਸ ਟਰਸਟ ਫॉर ਰਾਈਟਸ ਆਫ ਪੂਅਰ ਪੰਜਾਬ ਜਿਹੜਾ ਇਹ ਪੰਜਾਬ ਵਿੱਚ ਰਜਿਸਟਰਡ ਆ, ਔਰ ਇਹਦੀ ਇਸੇ ਨਾਮ ਤੇ ਫੇਸਬੁੱਕ ਆ, ਔਰ ਇਹਦਾ ਜਿਹੜਾ ਆਫਿਸ ਐਡਰੈਸ ਹੈ ਸ਼ਾਪ ਨੰਬਰ 9 ਸ਼ਿਵਪੁਰੀ ਮਾਰਕੀਟ ਗਾਰਡਨ ਕਲੋਨੀ ਰੋਡ, ਤੇ ਇਹ ਬੈਂਕਿੰਗ ਰੋਡ ਜਲੰਧਰ ਹੈਗਾ। ਤੁਸੀਂ ਸਾਨੂੰ ਕਿਤੇ ਵੀ ਨੰਬਰ, ਮੇਰਾ ਨੰਬਰ ਹੈਗਾ 7009129580। ਅਸੀਂ ਸਾਡੇ ਕੋਲ ਜਿਹੜੇ ਲੋੜਵੰਦ ਬੱਚੇ ਹੈਗੇ ਨੇ, ਜਿਹੜੇ ਇਸ ਸਕੀਮ ਨਾਲ ਹੱਕਦਾਰ ਹੈਗੇ ਨੇ ਸਹੀ ਮਾਇਨੇ 'ਚ, ਉਹ ਬੰਦੇ ਸਾਨੂੰ ਲਿਖਤੀ 'ਚ ਦੇ ਸਕਦੇ ਨੇ। ਅਸੀਂ ਜਿਹੜਾ ਉਹਨਾਂ ਨੇ ਲਿਖਿਆ ਹੋਏਗਾ ਅਸੀਂ ਉਹਨੂੰ ਨਾਲ ਲਾ ਕੇ ਸਰਕਾਰ ਤੋਂ ਔਰ ਕਾਲਜਾਂ ਤੋਂ, ਸ਼ਾਸਨ ਪ੍ਰਸ਼ਾਸਨ ਤੋਂ ਉਹਦੀ ਜਿਹੜੀ ਜਵਾਬਦੇਹੀ ਮੰਗਦੇ ਆ ਸਮੇਂ-ਸਮੇਂ ਤੇ, ਔਰ ਉੱਤੇ ਅਸੀਂ ਪੂਰੀ ਕਾਰਵਾਈ ਕਰਦੇ ਹਾਂ। ਔਰ ਜਿਹੜਾ ਕਾਲਜ ਨਹੀਂ ਉੱਤੇ ਕੋਈ ਜਵਾਬਦੇਹੀ ਕਰਦਾ, ਉੱਤੇ ਫਿਰ ਅਸੀਂ ਕੋਰਟ ਦੇ ਵਿੱਚ ਵੀ ਕਾਨੂੰਨੀ ਕਾਰਵਾਈ ਕਰਦੇ ਹਾਂ, ਅਗਰ ਜੇ ਬੱਚਾ ਸਾਡਾ ਸਹਿਯੋਗ ਕਰਦਾ ਆ। ਤੇ ਅਸੀਂ ਜਿਹੜਾ ਕੋਈ ਵੀ ਕਿਸੇ ਕਾਲਜ ਦੇ ਬਾਹਰ ਧਰਨਾ ਪ੍ਰੋਟੈਕਸ਼ਨ ਜਾਂ ਇਦਾਂ ਦਾ ਕੁਝ ਨਹੀਂ ਕਰਦੇ। ਜਿਹੜੇ ਵੀ ਕੋਈ ਬੱਚੇ ਆਉਂਦੇ ਉਹਨਾਂ ਨੂੰ ਨਾਲ ਲੈ ਕੇ ਡੀਸੀ ਸਾਹਿਬ ਦੇ ਜਾਂ ਕਿਸੇ ਹੋਰ ਅਫਸਰ ਦੇ ਜਾਂ ਕਾਲਜ ਦੇ ਪ੍ਰਿੰਸੀਪਲ ਕੋਲ ਜਾ ਕੇ ਪੇਸ਼ ਹੁੰਦੇ ਆ। ਅਸੀਂ ਉੱਥੇ ਟੇਬਲ ਟਾਕ ਬਹਿ ਕੇ ਕਰਦੇ ਹਾਂ, ਔਰ ਉਹਨਾਂ ਨਾਲ ਜਿਹੜਾ ਵੀ ਮਸਲਾ ਹੁੰਦਾ ਆ ਉਹਨੂੰ ਜਿਹੜਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਅਸੀਂ ਕਦੀ ਵੀ ਕਾਲਜ ਦਾ ਔਰ ਸਟੂਡੈਂਟ ਦਾ ਜਿਹੜਾ ਉਹ ਟਕਰਾਓ ਨਹੀਂ ਕਰਦੇ, ਤਾਂ ਕਿ ਉਹਨਾਂ ਨੇ ਉੱਥੇ ਸਿੱਖਿਆ ਲੈਣੀ ਹੁੰਦੀ ਹੈ, ਕਿਉਂਕਿ ਜਿਹੜਾ ਬੰਦਾ ਸਿੱਖਿਆ ਦਿੰਦਾ ਉਹ ਸਾਡਾ ਗੁਰੂ ਹੁੰਦਾ ਆ। ਤੇ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਉਹ ਗੁਰੂ ਸਿੱਖ ਦੀਆਂ ਨਹੀਂ ਹੋਣੀ ਚਾਹੀਦੀਆਂ। ਇਹ ਵਿਦਿਆਰਥੀ ਵਰਗ ਨੂੰ ਮੈਂ ਕਹਾਂਗੇ ਉਹ ਇਹਨਾਂ ਚੀਜ਼ਾਂ ਦੇ ਵਿਚਾਰ ਜ਼ਰੂਰ ਕਰਨ। ਬਾਕੀ ਉਹਨਾਂ ਦੇ ਆਪਣੇ ਅਧਿਕਾਰ ਆ, ਮੈਂ ਕਿਸੇ ਨੂੰ ਕੋਈ ਬੌਂਡ ਨਹੀਂ ਕਰਾਂਗਾ ਕਿ ਉਹ ਆਹ ਨਾ ਕਰਨ ਉਹ ਕਰਨਾ। ਹਰ ਇੱਕ ਦਾ ਆਪਣਾ ਅਧਿਕਾਰ ਆ, ਹਰ ਇੱਕ ਨੂੰ ਆਪਣੀ ਆਜ਼ਾਦੀ ਆ, ਉਹ ਜੋ ਵੀ ਚਾਹੇ ਕਰ ਸਕਦਾ। ਪੂਰੇ ਪੰਜਾਬ ਦੇ ਵਿੱਚੋਂ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚੋਂ ਬੱਚਾ ਤੁਹਾਡੇ ਨਾਲ ਟਾਈ ਅਪ ਕਰ ਸਕਦਾ? ਬਿਲਕੁਲ। ਸਾਡੀ ਸੰਸਥਾ ਨੂੰ ਅਸੀਂ ਕਹਾਣੀਆਂ ਨਹੀਂ ਸੁਣਦੇ। ਸਾਨੂੰ ਜਿਹੜਾ ਬੰਦਾ ਰਿਟਨ 'ਚ ਲਿਖ ਕੇ ਆਪਣੀ ਸਮੱਸਿਆ ਦਿੰਦਾ, ਅਸੀਂ ਆਪਣੀ ਸੰਸਥਾ ਦਾ ਲੈਟਰ ਪੈਡ ਲਾ ਕੇ ਉਹਦੇ ਤੇ ਅੱਗੇ ਕਾਰਵਾਈ ਲਈ ਲਿਖੀਦਾ, ਜਿਨ੍ਹਾਂ ਉਹ ਸੰਬੰਧਿਤ ਹੋਵੇ ਉਹਨਾਂ ਕੋਲ ਜਵਾਬ ਕਰਨੀ ਕਰੀਦੀ ਆ। ਔਰ ਅੱਜ ਤੱਕ ਵੀ ਜਿਹਨੇ ਸਾਨੂੰ ਲਿਖ ਕੇ ਦਿੱਤਾ, ਅਸੀਂ ਉਹਦਾ ਜਿਹੜਾ ਕੰਮ ਆ ਉਹ ਉਹਦੇ ਸਹਿਯੋਗ ਦੇ ਨਾਲ ਜੋ ਉਹਦਾ ਹੱਕ ਬਣਦਾ ਉਹਨੂੰ ਜ਼ਰੂਰ ਦਵਾਇਆ। ਮਦਨ ਜੀ, ਇੱਕ ਤੁਹਾਡੇ ਨਾਲ ਹੋਰ ਕੁਐਸਚਨ ਪੁੱਟ ਕਰਨਾ ਆਪਾਂ। ਇਹ ਤਾਂ ਤੁਸੀਂ ਕਾਲਜਾਂ ਬਾਰੇ ਦੱਸ ਦਿੱਤਾ। ਅੱਜ ਦੀ ਡੇਟ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਬਣੇ ਹੋਏ ਹਨ ਮੁਹੱਲਿਆਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਵੀ ਬਣੇ ਆ, ਜਦੋਂ ਫੀਸ ਦੇ ਲਈ ਉਹ ਵੀ ਛੋਟੇ ਬੱਚਿਆਂ ਨੂੰ ਬਹੁਤ ਹਰਾਸਮੈਂਟ ਕਰਦੇ ਹਨ। ਜਿਹੜੇ CBS ਸਕੂਲ ਹੈਗੇ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਆ? ਪਲੀਜ਼ 2 ਮਿੰਟ ਲਈ ਉਹਨਾਂ ਬਾਰੇ ਵੀ ਆਪਾਂ ਗੱਲ ਕਰ ਲਈਏ। ਦੇਖੋ, CBSE ਜਿਹੜਾ ਅਸੀਂ ਜਦੋਂ ਐਜੂਕੇਸ਼ਨ ਤੇ ਕੰਮ ਕਰਦੇ ਆ, ਸੰਸਥਾ ਅਵੇਅਰਨੈਸ ਦੀ ਹੈਗੀ ਆ, ਤੇ ਰਾਈਟ ਟੂ ਐਜੂਕੇਸ਼ਨ ਇੱਕ ਪੰਜਾਬ ਭਾਰਤ ਸਰਕਾਰ ਨੇ ਬਣਾਇਆ, ਜਿਹੜੇ ਕਿ ਹਰ ਇੱਕ ਸੂਬੇ ਨੇ ਆਪਣੀਆਂ ਸਟੇਟਾਂ ਵਿੱਚ ਲਾਗੂ ਕੀਤਾ ਹੈ। ਸਰਕਾਰੀ ਤੌਰ ਤੇ ਜਿਹੜਾ ਕੇਂਦਰੀ ਵਿਦਿਆਲੇ ਉੱਥੇ ਤਾਂ ਆਨਲਾਈਨ ਐਡਮਿਸ਼ਨ ਹੁੰਦੀ ਆ, ਉਹ ਤਾਂ ਦਿੰਦੇ ਨੇ ਰਾਈਟ ਟੂ ਐਜੂਕੇਸ਼ਨ ਦਾ ਲਾਭ। ਜਿਹੜੇ ਪ੍ਰਾਈਵੇਟ ਸਕੂਲ ਉਹ ਸਰਕਾਰ ਦੀ ਮਿਲੀ ਭੁਗਤਾਨ ਦਾ ਦਿਖਾਵਾਂਗਾ ਕਿ ਹਰ ਸਾਲ ਜਿਹੜਾ ਪੇਪਰ 'ਚ ਲਿਖ ਦਿੰਦੇ ਆ ਕਿ 25% ਦੀ ਫੀਸਾਂ ਜਿਹੜੀਆਂ ਸੀ ਉਹ ਬਿਲੋ ਪਾਵਰਟੀ ਵਾਲਿਆਂ ਦੇ ਖਾਲੀ ਰੱਖੀਆਂ ਹੋਈਆਂ, ਪਰ ਕੋਈ ਐਡਮਿਸ਼ਨ ਨਹੀਂ ਲੈ ਰਿਹਾ। ਔਰ ਜਦੋਂ ਕੋਈ ਜਾਂਦਾ ਹੈ ਤੇ ਉਹਨੂੰ ਦਿੰਦੇ ਨਹੀਂ ਹੈਗੇ। ਜਦੋਂ ਕੋਈ ਉਹਦੀ ਕੋਈ ਸ਼ਿਕਾਇਤ ਨਹੀਂ ਕਰਦਾ ਤੇ ਸ਼ਾਸਨ ਪ੍ਰਸ਼ਾਸਨ ਵੀ ਉਹ ਬਹੁਤ ਤਕੜੇ ਸਮਝ ਲਓ ਹੁੰਦੇ, ਇੱਕ ਦਿਹਾੜੀਦਾਰ ਬੰਦਾ ਉਹਨਾਂ ਨਾਲ ਨਹੀਂ ਲੜਾਈ ਕਰ ਸਕਦਾ, ਔਰ ਉਹ ਬੰਦਾ ਉਹ ਕਾਲਜਾਂ ਸਕੂਲਾਂ ਤੋਂ ਜਾਣ ਤੋਂ ਰਹਿ ਜਾਂਦਾ। ਇਹ ਇੱਕ ਐਜੂਕੇਸ਼ਨ ਮਾਫੀਆ ਬਣਿਆ ਹੋਇਆ ਇਹਨਾਂ ਦੇ। ਇੱਕ ਆਪਣੀਆਂ
ਮਤਲਬ ਕਿ ਸੰਸਥਾਵਾਂ ਵੀ ਬਣਾਈਆਂ ਹੋਈਆਂ, ਯੂਨੀਅਨ ਵੀ ਬਣਾਈਆਂ ਹੋਈਆਂ, ਜਿਹੜੀਆਂ ਕਿ ਸਮੇਂ-ਸਮੇਂ ਸਰਕਾਰ ਨੂੰ ਜੋ ਕੋਈ ਵੀ ਉਹ ਵੈਲਫੇਅਰ ਕੰਮ ਕਰਨ ਲਈ ਕਹਿੰਦੀਆਂ, ਉਹਦੇ 'ਤੇ ਫਿਰ ਉਹਨਾਂ ਨੂੰ ਉਹ ਆਪਣੇ ਪ੍ਰੈਸ਼ਰਾਈਜ਼ ਕਰਦੀਆਂ ਰਹਿੰਦੀਆਂ ਕਿ ਅਸੀਂ ਇਹ ਜਥੇਬੰਦੀ ਆ ਔਰ ਅਸੀਂ ਆਹ ਆਪਣੀ ਡਿਮਾਂਡ ਰੱਖਦੇ ਹਾਂ ਸਰਕਾਰ ਤੋਂ। ਜਦ ਕਿ ਜਦੋਂ ਵੀ ਇਹ ਕਾਲਜਾਂ ਸਕੂਲਾਂ ਦੀ ਮਨਜ਼ੂਰੀ ਲੈਂਦੇ ਆ, ਉਹਦੇ 'ਚ ਇਹਨਾਂ ਨੇ ਐਪਲੀਕੇਸ਼ਨ 'ਤੇ ਆਪਣਾ ਵਾਅਦਾ ਕੀਤਾ ਹੁੰਦਾ ਕਿ ਅਸੀਂ 25% ਬੱਚੇ ਜਿਹੜੇ ਆ ਉਹ ਸਰਕਾਰ ਦੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਜਿਹੜਾ ਉਹ ਲਾਭ ਦੇਵਾਂਗੇ। ਮੈਨੂੰ ਨਹੀਂ ਲੱਗਦਾ ਕੋਈ ਸਕੂਲ ਕਾਲਜ ਦਿੰਦਾ। ਅਸੀਂ ਜਦੋਂ RTI 'ਚ ਪੁੱਛਦੇ ਦੱਸਦਾ ਹੀ ਕੋਈ ਨਹੀਂ, ਤੇ ਜਦੋਂ ਅਸੀਂ RTI ਦੇ ਸਟੇਟ ਕਮਿਸ਼ਨਰ ਕੋਲ ਜਾਂਦੇ ਜਾਂ ਉੱਪਰ ਤੱਕ ਜਾਂਦੇ, ਉੱਥੇ ਵੀ ਮਿਲੀ ਭੁਗਤ ਹੋ ਜਾਂਦੀ ਆ। ਉੱਥੇ ਵੀ ਕਹਿੰਦੇ ਜੀ ਨਹੀਂ, ਇਹ ਸੂਚਨਾ ਦੇਣ ਵਾਲੀ ਨਹੀਂ ਹੈ, ਸਾਨੂੰ ਦਿੰਦੇ ਨਹੀਂ। ਤਾਂ ਇਹ ਚੀਜ਼ਾਂ ਸਾਰੀਆਂ ਸਰਕਾਰ ਮੁੜ ਘਿੜ ਕੇ ਜਿਹੜੀ ਗੱਲ ਆ ਉਹ ਸਰਕਾਰ ਤੱਕ ਪਹੁੰਚਦੀ ਹੈ। ਅਗਰ ਸਰਕਾਰ ਜਿੰਨਾ ਤੱਕ ਇਮਾਨਦਾਰੀ ਨਾਲ ਆਪਣਾ ਫਰਜ਼ ਨਹੀਂ ਨਿਭਾਉਂਦੀ ਤਾਂ ਉਹ ਦੂਜਿਆਂ ਕੋਲ ਕੀ ਆਸ ਰੱਖੇਗੀ ਕਿ ਉਹ ਫਰਜ਼ ਨਿਭਾਉਣਗੇ, ਜਿੱਦਾਂ ਸਰਕਾਰਾਂ ਕਰਦੀਆਂ ਹੁੰਦਾ ਹੈ, ਪ੍ਰਾਈਵੇਟ ਮਾਫੀਆ ਕਰੀ ਜਾਂਦੇ ਆ। ਤੁਸੀਂ ਵਿੱਚ ਜਿਵੇਂ ਦੱਸਿਆ ਸੀ ਕਿ ਜਦੋਂ ਸਕੂਲ ਕਾਲਜ ਜਦੋਂ ਫੰਕਸ਼ਨ ਕਰਦੇ ਆ ਤੇ ਉਹਦੇ ਵਿੱਚ ਜਿਹੜੇ ਜਲੰਧਰ ਦੇ ਅਫਸਰ ਸਾਹਿਬਾਨ DC ਸਾਹਿਬ ਹੋ ਗਏ, SSP ਹੋ ਗਏ ਜਾਂ ਹੋਰ ਰੈਂਕ ਦੇ ਜਿਹੜੇ ਅਫਸਰ ਹੁੰਦੇ ਆ, ਇਹ ਆਪਣੇ ਫੰਕਸ਼ਨਾਂ ਦੇ ਵਿੱਚ ਸਕੂਲ ਦੇ ਵਿੱਚ ਉਹਨਾਂ ਨੂੰ ਬੁਲਾਉਂਦੇ ਆ। ਇਸ ਕਰਕੇ ਜਦੋਂ ਕੋਈ ਪੇਰੈਂਟਸ ਬੱਚਿਆਂ ਦਾ ਜਾਂ ਉੱਥੇ ਕੋਈ ਵੀ ਸ਼ਿਕਾਇਤ ਲੈ ਕੇ ਜਾਂਦਾ ਤੇ ਉਹ ਸ਼ਾਇਦ ਉਹਨਾਂ ਦਾ ਟਾਈ ਅਪ ਆਲਮੋਸਟ ਹੁੰਦਾ ਹੀ ਆ, ਤੇ ਇਸ ਕਰਕੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ। ਤੁਸੀਂ ਇਹਦੇ ਵਾਸਤੇ ਕੁਝ ਕਹਿਣਾ ਚਾਹੁੰਦੇ? ਬਹੁਤ ਮਸਲੇ ਇਦਾਂ ਦੇ ਦੇਖਣ ਨੂੰ ਆਏ ਆ। ਮੇਰੇ ਕੋਲ ਇੱਕ ਲੜਕੀ ਸੀਗੀ, ਰਿਆਤ ਬੜਾ ਪੜ੍ਹਦੀ ਸੀਗੀ ਔਰ ਫਾਦਰਲੈਸ ਲੜਕੀ ਸੀ, ਔਰ ਮੈਨੂੰ ਉਹਨੇ ਕਿਸੇ ਦੇ ਨਾਲ ਕੰਟੈਕਟ ਕੀਤਾ। ਮੈਂ ਕਿਹਾ ਕਿ ਬੇਟਾ ਚਲੋ ਤੁਸੀਂ ਮੇਰੇ ਆਫਿਸ ਤੱਕ ਤਾਂ ਨਾ ਆਓ, ਲੇਕਿਨ ਤੁਸੀਂ ਮੈਨੂੰ ਲਿਖ ਕੇ ਜ਼ਰੂਰ ਭੇਜੋ, ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਆਪਣੀ ਭੇਜੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਤੁਸੀਂ ਕੌਣ ਹੈ। ਉਹਦੀ ਜੋ ਵੀ ਉਹਨੇ ਲਿਖਿਆ ਸੀ ਆਪਣੀ ਸੰਸਥਾ ਦੇ ਥਰੂ ਆਪਣੇ CM ਸਾਹਿਬ ਨੂੰ ਲਿਖਿਆ ਸੀਗਾ, ਔਰ ਉਹਦਾ ਸਾਨੂੰ ਰਿਪਲਾਈ ਜ਼ਰੂਰ ਆਇਆ ਸੀਗਾ। ਔਰ ਯਾਰ ਪਤਾ ਜੀ 250-300 ਬੱਚੇ ਦੇ ਜਿਹੜੇ ਉਹਨਾਂ ਨੇ ਸਰਟੀਫਿਕੇਟ ਰੋਕੇ ਹੋਏ ਸੀ, ਹੋਰ ਕਾਲਜਾਂ 'ਚ ਵੀ ਰੋਕੇ ਹੋਏ ਆ, ਲੇਕਿਨ ਸਾਨੂੰ ਕਿਸੇ ਕੋਈ ਲਿਖ ਕੇ ਨਹੀਂ ਦਿੰਦਾ। ਉਸ ਵੇਲੇ ਉਹਦਾ ਤੱਕ ਸਾਨੂੰ ਨਹੀਂ ਪਤਾ ਲੱਗਦਾ ਵੀ ਕਿਹਦੇ ਰੋਕੇ ਆ ਜਾਂ ਕਿਸੇ ਨੇ ਲੈਣੇ ਆ ਜਾਂ ਨਹੀਂ ਲੈਣੇ। ਔਰ ਉਹ ਲੜਕੀ ਨੇ ਤਾਂ ਬਾਅਦ 'ਚ ਲਿਆਂਦੇ ਸੀ 2-3 ਦਿਨ ਬਾਅਦ, ਲੇਕਿਨ ਜਿਸ ਰੋਜ਼ ਨੂੰ ਕਾਰਵਾਈ ਹੋਈ ਸੀ ਤਾਂ 200-250 ਸਟੂਡੈਂਟ ਉਹਨਾਂ ਨੇ ਉਸੇ ਦਿਨ ਹੀ ਜਿਹੜੇ ਸੀ ਉਹਨਾਂ ਦੇ ਜਿਹੜੇ ਡਾਕੂਮੈਂਟ ਰੱਖੇ ਸੀ ਦੇ ਦਿੱਤੇ ਸੀਗੇ। ਔਰ ਜਿਹੜਾ ਉੱਥੇ ਦਾ ਡਿਸਟ੍ਰਿਕਟ ਵੈਲਫੇਅਰ ਅਫਸਰ ਲੱਗਾ ਸੀਗਾ ਔਰ ਉਹ ਉਹਨਾਂ ਨੂੰ ਤਲਬ ਨਹੀਂ ਕਰ ਰਿਹਾ ਸੀਗਾ। ਜਦੋਂ ਮੈਨੂੰ ਪੁੱਛਿਆ ਕਿ ਨਹੀਂ ਜੀ, ਉਹ ਕਹਿੰਦਾ ਜੀ ਉਹਦਾ ਸਰਕਾਰ ਦੇ ਬਹੁਤ ਕੰਮ ਕਰਦੇ, ਰੋਜ਼ਗਾਰ ਮੇਲੇ ਹੁੰਦੇ ਆ, ਉਹ ਵਾਹ ਕਰਦੇ ਇਹ ਕਰਦੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਡਿਊਟੀ ਨਿਭਾਓਗੇ ਤੇ ਮੈਂ ਤੁਹਾਡੀ ਜਿਹੜੀ ਉਹ ਕੰਪਲੇਂਟ ਕਰ ਦਾਂਗਾ। ਤੁਸੀਂ ਅਗਰ ਨਹੀਂ ਆਏ ਤਾਂ ਉਹਨਾਂ ਦੀ ਗੈਰਹਾਜ਼ਰੀ ਲਾਓ। ਤਾਂ ਉਸ ਤੋਂ ਬਾਅਦ ਲੱਗਦਾ ਉਹਨੇ ਉਹਨਾਂ ਨੂੰ ਬੁਲਾਇਆ ਸੀਗਾ ਔਰ ਲੜਕੀ ਨੂੰ ਜਿਹੜਾ ਉਹਦਾ ਸਰਟੀਫਿਕੇਟ ਜਿਹੜਾ ਜੋ ਵੀ ਉਹਦੇ ਰੱਖੇ ਹੋਏ ਸੀਗੇ, ਉਹ ਜੋ ਵੀ ਉਹ ਫੀਸ ਮੰਗਦੇ ਉਸ ਤੋਂ ਬਿਨਾਂ ਉਹਨਾਂ ਦੇ ਜਿਹੜੇ ਸਰਟੀਫਿਕੇਟ ਸੀਗੇ। तो इस तरह दी संस्था जिहड़ियां साडी संस्था काम करती है। साडी संस्था कहानियां सुन के विश्वास नहीं करती। जिहड़ा भी कोई अपना हक लेना चाहता वो सानूं रिटन च लिख के देवे और ਉਹਦੇ ਤੇ जिन्ना तक वो बंदा अपना हक लैण लई खड़ा असीं ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ खड़े हाँ और ਉਹਨੂੰ ਅਸੀਂ हक बिल्कुल देवांगे। और ਜਿਹੜੇ मैं इत्थे एक जरूर होऊंगा अपने समाज ਨੂੰ ਕਵਾਂਗਾ कि ਜਿਹੜੇ ਬੰਦੇ ਖਾਂਦੇ ਪੀਂਦੇ ਆ ਜਿਨ੍ਹਾਂ ਨੂੰ ਇਨਕਮ ਹੈਗੀ ਆ, ਜਿਹੜੇ ਬੱਚੇ ਆਪਣੇ ਪੜ੍ਹਾ ਸਕਦੇ ਉਹ ਸਕੀਮ ਦੇ ਵਿੱਚ ਨਾ ਆ ਕੇ ਸਕੀਮ ਨੂੰ ਖਰਾਬ ਕਰਨ। क्योंकि ਜਿਹੜੇ ਗਰੀਬ ਬੱਚਾ ਹੈ ਉਹਦਾ ਫੀਸ ਦੇ ਨਹੀਂ ਸਕਦਾ। ਜਦੋਂ ਕੋਈ ਪ੍ਰੋਟੈਸਟ ਹੁੰਦੇ ਨੇ ਉਸ ਤੋਂ ਬਾਅਦ ਜਿਹੜੇ ਬੰਦੇ ਇਸ ਸਕੀਮ ਦੇ ਹੱਕਦਾਰ ਨੇ ਉਹਨੂੰ ਪੈਸੇ ਜਮ੍ਹਾਂ ਕਰਾਉਂਦੇ ਆ। ਔਰ ਜਿਹੜਾ ਬੱਚਾ ਨਹੀਂ ਕਰਾ ਸਕਦਾ ਉਹਨਾਂ ਨੂੰ ਕਾਲਜ ਕਹਿੰਦਾ ਕਿ ਦੇਖੋ ਆਹ ਬੱਚਿਆਂ ਨੇ ਫੀਸ ਜਮ੍ਹਾਂ ਕਰਾਤੀ ਹੈ, ਇਹ ਤੁਹਾਨੂੰ ਦੇਣੀ ਪੈਂਦੀ ਹੈ। ਇਸ ਕਰਕੇ ਉਹਨਾਂ ਨੂੰ ਕਾਲਜ ਛੱਡਣਾ ਪੈਂਦਾ, ਉਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪੈਂਦੀ ਆ। ਮੈਨੂੰ ਆਪਣੇ ਸਮਾਜ ਅੱਗੇ ਵੀ ਬੇਨਤੀ ਆ ਕਿ ਜਿਹੜਾ ਬੰਦਾ ਫੀਸ ਦੇ ਸਕਦਾ, ਜਿਹੜਾ ਇਸ ਸਕੀਮ ਦਾ ਐਲੀਜੀਬਲ ਨਹੀਂ ਹੈ, ਉਹ ਇਹਨੂੰ ਅਪਲਾਈ ਨਾ ਕਰੇ ਤਾਂ ਕਿ ਲੋੜਵੰਦ ਜਿਹੜਾ ਸਾਡਾ ਸਮਾਜ ਉਹਨਾਂ ਤੱਕ ਇਹ ਸਕੀਮ ਪੂਰੀ ਇਮਾਨਦਾਰੀ ਨਾਲ ਪਹੁੰਚੇ ਔਰ ਉਹਦਾ ਪੂਰਾ ਲਾਭ ਉਹਨਾਂ ਨੂੰ ਮਿਲ ਸਕੇ। ਬਹੁਤ ਬਹੁਤ ਧੰਨਵਾਦ ਤੁਹਾਡਾ ਕਰੋ ਰਾਣਾ ਸਾਹਿਬ। ਇਹ ਤੁਹਾਡੀ ਹਰ ਗੱਲ ਅਸੀਂ ਜਨ ਜਨ ਤੱਕ ਪਹੁੰਚਾਵਾਂਗੇ ਪੂਰੇ ਪੰਜਾਬ ਦੇ ਵਿੱਚ। ਤੁਸੀਂ ਬਹੁਤ ਦੇਰ ਤੋਂ ਜਿਹੜਾ ਬੱਚਿਆਂ ਵਾਸਤੇ ਸੰਘਰਸ਼ ਕਰਦੇ ਆ, ਅਸੀਂ ਆਪਣੇ ਚੈਨਲ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਰਿਣੀ ਆ ਤੁਹਾਡੇ। ਔਰ ਅਸੀਂ ਬੱਚਿਆਂ ਨੂੰ ਤਕੀਦ ਕਰਦੇ ਹਾਂ ਕਿ ਇਹਨਾਂ ਦੇ ਨਾਲ ਮਿਲ ਕੇ ਤੁਸੀਂ ਕਦੀ ਵੀ ਕੋਈ ਵੀ ਆਪਣਾ ਜਿੱਦਾਂ ਇਹਨਾਂ ਨੇ ਦੱਸਿਆ ਕਿ ਲਿਖਤੀ ਰੂਪ ਦੇ ਵਿੱਚ ਸਾਨੂੰ ਕੋਈ ਤੁਸੀਂ ਆਪਣਾ ਲੈਟਰ ਦੇ ਕੇ ਜੋ ਤੁਹਾਡੇ ਨਾਲ ਮਤਲਬ ਵਾਕਿਆ ਹੁੰਦਾ ਅਸੀਂ ਉਹਦੇ 'ਤੇ ਕਾਰਵਾਈ ਕਰ ਸਕਦੇ ਹਾਂ। ਤੇ ਇਸ ਤਰ੍ਹਾਂ ਜਿਹੜਾ ਇਹਨਾਂ ਦੇ ਨਾਲ ਤੁਸੀਂ ਇਹਨਾਂ ਨੇ ਨੰਬਰ ਵੀ ਨਹੀਂ ਆਪਣਾ ਦਿੱਤਾ ਆ, ਜਲੰਧਰ ਦੇ ਵਿੱਚ ਇਹਨਾਂ ਨਾਲ ਕੰਟੈਕਟ ਕਰ ਸਕਦੇ ਹਾਂ। ਸਾਰੇ ਦਰਸ਼ਕ ਜੋ ਦੇਖ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਗਲੋਬਲ ਅਵੇਅਰਨੈਸ ਟਰਸਟ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਅੱਜ ਆਪਣੇ ਦਫ਼ਤਰ ਬੁਲਾ ਕੇ ਮੌਕਾ ਦਿੱਤਾ ਕਿ ਇਹਨਾਂ ਦੇ ਨਾਲ ਗੱਲਬਾਤ ਹੋ ਸਕੇ। ਕੈਮਰਾਮੈਨ ਸੁਮਿਤ ਦੇ ਨਾਲ ਵਿਧੀ ਚੰਦ, ਧੰਨਵਾਦ ਜੀ।